ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਤੇ ਸੁਣ ਰਹੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਸਾਡੇ ਸਬਸਕ੍ਰਾਈਬਰਸ ਨੂੰ ਤੇ ਸਾਡੇ ਨਵੇਂ ਜੁੜੇ ਮਹਿਮਾਨਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਨੀਚੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਇਸ ਤੋਂ ਇਲਾਵਾ ਫੇਸਬੁੱਕ ਪੇਜ ਉੱਤੇ ਚੱਲਦੀਆਂ ਜਾਂ YouTube 'ਤੇ ਚੱਲਦੀਆਂ ਤਮਾਮ ਐਡਵਰਟੀਜ਼ਮੈਂਟਸ ਨੂੰ ਪੂਰਾ ਜ਼ਰੂਰ ਦੇਖਿਆ ਕਰੋ। ਰੇਡੀਓ ਪੰਜਾਬ ਟੁਡੇ ਦੀ ਹਮੇਸ਼ਾ ਹੀ ਕੋਸ਼ਿਸ਼ ਹੈ ਕਿ ਤੁਹਾਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵਾਜ਼ੀ ਤਰੰਗਾਂ ਦੇ ਜ਼ਰੀਏ ਵਿਦੇਸ਼ਾਂ ਦੇ ਵਿੱਚ ਤੁਹਾਡੇ ਤੱਕ ਪੁੱਜਦੀ ਕਰੀਏ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇਹ ਮਾਹਿਰ ਨੇ ਜੀ ਰੀਫਰ ਦੀ ਹਰ ਤਰ੍ਹਾਂ ਦੀ ਸਰਵਿਸ ਦੇ ਵਿੱਚ, ਭਾਵੇਂ ਯੂਨਿਟ ਹੋਵੇ ਜਾਂ ਗੈਸ ਰੀਫਿਲ। ਇਸ ਤੋਂ ਇਲਾਵਾ ਇਹਨਾਂ ਕੋਲ ਬੜੀਆਂ ਐਡਵਾਂਸ ਮਸ਼ੀਨਾਂ ਨੇ ਜਿਸ ਦੇ ਨਾਲ ਇਹ ਅਲਾਈਨਮੈਂਟਸ ਤੇ ਬੈਲੈਂਸਿੰਗ ਕਰਦੇ ਨੇ, ਡੈਫ ਕਲੀਨਿੰਗ ਕਰਦੇ ਨੇ। ਲੋਕੇਸ਼ਨ ਹੈ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਤੋਂ ਅਪਰੋਚੇਬਲ ਨੇ। 8043728800 ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਨ ਐਵੀਨਿਊ ਇਨ ਐਪਲਸ। ਫੋਨ ਨੰਬਰ ਹੈ ਜੀ 3179797205 ਤੇ 6612045818 5818 661 204 5818। ਇਹਨਾਂ ਕੋਲ ਹਰ ਵਕਤ ਯੂਜ਼ ਤੇ ਬ੍ਰਾਂਡ ਨੂੰ ਟਾਇਰ ਉਪਲਬਧ ਨੇ। ਟੋ ਟਰੱਕ ਦਾ ਇੰਤਜ਼ਾਮ ਹੈ। ਬਾਡੀ ਵਰਕ ਤੋਂ ਲੈ ਕੇ ਤੁਹਾਡੇ AC ਵਰਕ, ਡੈਫ ਕਲੀਨਿੰਗ, DOT ਸੇਫਟੀ, ਇੰਜਨ ਰੀਬਿਲਟ, ਟਰਾਂਸਮਿਸ਼ਨ ਅਤੇ ਡਿਫਰੈਂਸ਼ੀਅਲ ਦਾ ਕੰਮ ਵੀ ਕਰਦੇ ਨੇ। ਕਿਸੇ ਤਰ੍ਹਾਂ ਦੇ ਵੀ ਅਕਾਊਂਟਸ ਦੀਆਂ ਸੇਵਾਵਾਂ ਲੈਣੀਆਂ ਜਾਂ ਪੇਰੋਲ ਟੈਕਸ ਕਰਨੀਆਂ ਨੇ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕੈਂਟ ਵਾਸ਼ਿੰਗਟਨ ਦੇ ਵਿੱਚ ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ ਡਾਈਨ ਇਨ ਵੀ ਕਰ ਸਕਦੇ ਹੋ, ਫੂਡ ਡਿਲੀਵਰੀ ਵੀ ਮੰਗਾ ਸਕਦੇ ਹੋ ਜਾਂ ਫਿਰ ਕੈਟਰਿੰਗ ਵੀ ਕਰਵਾ ਸਕਦੇ ਹੋ। ਫੋਨ ਨੰਬਰ ਹੈ ਜੀ 2063531699 ਤੇ 2532467296। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ 'ਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਗੁਰਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਨਾਲ 206-354-4060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666692 ਹੋਰ ਤੇ ਕਾਲ ਕਰ ਸਕਦੇ ਹੋ। ਤੇ ਮੇਰੇ ਨਾਲ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ ਤੇ ਇਹਨਾਂ ਦੇ ਨਾਲ ਆਪਾਂ ਸਾਂਝ ਪਾਉਣੇ ਆ ਖਬਰਾਂ ਦੀ ਤੇ ਫਿਰ ਆਪਾਂ ਅੱਗੇ ਚੱਲਾਂਗੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਜੀ ਦੀ ਜਿਹੜੀ ਪੰਜਾਬ ਯਾਤਰਾ ਹੈ ਉਹਨੂੰ ਕਿਵੇਂ ਲੈ ਕੇ ਚੱਲ ਰਹੇ ਹੋ, ਕਿੱਥੇ ਕਿੱਥੇ ਪੁੱਜੇ ਨੇ? ਦੇਖੋ, ਰਾਹੁਲ ਗਾਂਧੀ ਕੱਲ੍ਹ ਸ਼ਾਮੀ ਜੀ ਪਹੁੰਚ ਗਏ ਸੀ ਪੰਜਾਬ ਦੇ ਵਿੱਚ। ਫਤਿਹਗੜ੍ਹ ਸਾਹਿਬ ਆ ਕੇ ਉਹ ਰੁਕੇ ਸੀ। ਉਹ ਤੋਂ ਪਹਿਲਾਂ ਉਹ ਅੰਬਾਲਾ ਤੋਂ ਚਾਰਟਰਡ ਪਲੈਨ ਦੇ ਜ਼ਰੀਏ ਚਲੇ ਗਏ ਸੀ ਅੰਮ੍ਰਿਤਸਰ ਸਾਹਿਬ। ਜੀ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਉੱਥੇ ਨਤਮਸਤਕ ਹੋਏ। ਔਰ ਉਹ ਤੋਂ ਪਹਿਲਾਂ ਜਦੋਂ ਉਹ ਹਵਾਈ ਅੱਡੇ 'ਤੇ ਉਤਰੇ ਹੈ, ਕਾਂਗਰਸ ਪਾਰਟੀ ਦੇ ਲੀਡਰ ਜਿਵੇਂ ਕਿ ਸੂਬਾ ਪ੍ਰਧਾਨ ਹੈ ਮਿਸਟਰ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਔਰ ਲੋਕਲ MP ਅੰਮ੍ਰਿਤਸਰ ਦੇ ਜੀ ਗੁਰਜੀਤ ਸਿੰਘ ਔਜਲਾ ਹੋਰ ਆਗੂਆਂ ਸਮੇਤ ਉਹਨਾਂ ਨੂੰ ਇੱਕ ਨੇੜਲੇ ਹੋਟਲ 'ਚ ਲੈ ਕੇ ਗਏ। ਜੀ ਜਿਵੇਂ ਕਿ ਪਹਿਲਾਂ ਹੀ ਉਹਨਾਂ ਦੀ ਇੱਕ ਯੋਜਨਾ ਬਣੀ ਹੋਈ ਸੀ। ਉੱਥੇ ਜਾ ਕੇ ਉਹਨਾਂ ਨੂੰ ਕੇਸਰੀ ਦਸਤਾਰ ਸਜਾਈ ਗਈ। ਜੀ ਕੇਸਰੀ ਦਸਤਾਰ ਸਜਾਉਣ ਉਪਰੰਤ ਫਿਰ ਲਿਆਂਦਾ ਦਰਬਾਰ ਸਾਹਿਬ 'ਚ। ਜੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਪਰਿਕਰਮਾ ਕੀਤੀ, ਮੱਥਾ ਟੇਕਿਆ, ਦੇਗ ਵੀ ਕਰਵਾਈ। ਜੀ ਔਰ ਪਹਿਲੀ ਵਾਰੀ ਜਿਹੜੇ ਕੀਰਤਨ ਕਰਨ ਵਾਲਾ ਜਥਾ ਸੀ ਉਹਨਾਂ ਦੇ ਪਿੱਛੇ ਬੈਠ ਕੇ ਕੀਰਤਨ ਵੀ ਸੁਣਿਆ। ਔਰ ਬਹੁਤ ਹੀ ਮਤਲਬ ਜਿਹੜੀ ਹੈਗੀ ਹੈ ਇੱਕ ਆਮ ਸ਼ਰਧਾਲੂ ਦੀ ਤਰ੍ਹਾਂ ਜੀ ਉਹ ਉੱਥੇ ਨਤਮਸਤਕ ਹੋ ਕੇ ਤੇ ਜਦੋਂ ਬਾਹਰ ਆਏ ਤੇ ਬਾਹਰ ਉਹਨਾਂ ਨੇ ਆ ਕੇ ਕਿਹਾ ਕਿ ਇਸ ਸੱਚਖੰਡ ਆ ਕੇ ਸੱਚਮੁੱਚ ਜਿਹੜੀ ਹੈਗੀ ਹੈ ਭਾਈਚਾਰੇ ਦਾ ਅਹਿਸਾਸ ਉਹ ਜਿਹੜਾ ਮੈਨੂੰ ਹੋਇਆ ਜੀ। ਔਰ ਉਹਨਾਂ ਦਾ ਸਨਮਾਨ ਕਿਸੇ ਕਿਸਮ ਦਾ ਨਹੀਂ ਸੀ ਕਰਨਾ, ਕੀਤਾ ਵੀ ਨਹੀਂ ਜੀ, ਕਿਉਂਕਿ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਹੈ, ਜਿਹਦੇ ਜ਼ਰੀਏ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ। ਅਕਾਲ ਤਖਤ ਸਾਹਿਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਜੀ। ਬਹੁਤ ਜ਼ਿਆਦਾ ਉੱਥੇ ਬਲੱਡ ਸ਼ੈਡ ਹੋਇਆ ਸੀ, ਖੂਨ ਬਹੁਤ ਜ਼ਿਆਦਾ ਡੁੱਲਿਆ ਸੀ, ਅਣਗਿਣਤ ਮੌਤਾਂ ਹੋਈਆਂ ਸੀ।
ਉਹਦੇ ਚੱਲਦਿਆਂ ਨਹਿਰੂ ਗਾਂਧੀ ਖਾਨਦਾਨ ਨੂੰ ਕਿਸੇ ਕਿਸਮ ਦਾ ਵੀ ਸਨਮਾਨ ਹੈ ਜਿਹੜਾ ਉਹ ਨਹੀਂ ਦਿੱਤਾ ਨਹੀਂ। ਜਾਂਦਾ। ਇਹਦੇ ਬਾਰੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਕੋਈ ਪਹਿਲੀ ਵਾਰ ਆਇਆ ਹੈ। ਨਹਿਰੂ ਗਾਂਧੀ ਖਾਨਦਾਨ ਇੱਥੇ ਲਗਾਤਾਰ ਆਉਂਦਾ ਰਿਹਾ। 2010 ਦੇ ਵਿੱਚ ਪ੍ਰਿੰਕਾ ਗਾਂਧੀ ਵਾਡਰਾ ਆਈ ਸੀ। ਬਿਲਕੁਲ। ਉਹ ਤੋਂ ਬਾਅਦ ਫਿਰ 2 ਵਾਰੀ, ਇੱਕ ਵਾਰੀ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣ ਗਈ ਸੀ ਉਦੋਂ ਵੀ ਰਾਹੁਲ ਗਾਂਧੀ ਆਇਆ ਸੀ ਜੀ, ਤੇ ਫਿਰ ਇੱਕ ਵਾਰੀ ਬਾਅਦ ਦੇ ਵਿੱਚ ਆਇਆ ਸੀ। ਇਹ ਜਿਹੜਾ ਹੁਣ ਕੱਲ੍ਹ ਵਾਲਾ ਫੇਰਾ ਸੀ ਇਹ ਉਹਨਾਂ ਦਾ ਤੀਜਾ ਫੇਰਾ ਸੀ ਅੰਮ੍ਰਿਤਸਰ ਸਾਹਿਬ ਦਾ ਜੀ, ਤੇ ਦਰਬਾਰ ਸਾਹਿਬ ਨਤਮਸਤਕ ਹੋਣ ਦਾ। ਇਹਦੇ ਤੇ ਫਿਰ ਪੋਲੀਟਿਕਸ ਵੀ ਪੂਰੀ ਹੋਈ ਜੀ, ਰਾਜਨੀਤੀ ਪੂਰੀ ਹੋਈ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੀ ਤਾਂ ਹੈਗੇ JP ਨੱਡਾ ਤੇ ਸੂਬੇ ਦੇ ਪ੍ਰਧਾਨ ਹੈਗੇ ਹੈ ਅਸ਼ਵਨੀ ਕੁਮਾਰ ਸ਼ਰਮਾ ਜੀ। ਅਸ਼ਵਨੀ ਕੁਮਾਰ ਸ਼ਰਮਾ ਨੇ ਤੁਸੀਂ ਦੇਖਿਆ ਹੋਣਾ ਕਿ 2-3 ਦਿਨ ਪਹਿਲਾਂ ਇੱਕ ਐਲਾਨ ਕੀਤਾ ਸੀ ਜੀ ਕਿ ਸਾਡਾ ਅਕਾਲੀ ਦਲ ਨਾਲ ਸਮਝੌਤਾ ਕਦੇ ਨਹੀਂ ਹੋ ਸਕਦਾ। ਇੱਕ ਦਿਨ ਉਹਨਾਂ ਨੇ ਇਹ ਐਲਾਨ ਕੀਤਾ, ਇਹ ਮਲੋਟ 'ਚ ਵੀ ਕੀਤਾ, ਮਾਨਸਾ 'ਚ ਵੀ ਕੀਤਾ ਜੀ। ਫਿਰ ਉਹਨਾਂ ਦਾ ਕੱਲ੍ਹ ਇੱਕ ਹੋਰ ਬਿਆਨ ਆਉਂਦਾ ਹੈ ਜੀ, ਜਿਸ ਬਿਆਨ ਰਾਹੀਂ ਉਹ ਕਹਿੰਦੇ ਆ ਕਿ ਸਾਡਾ ਜਿੰਨਾ ਨੁਕਸਾਨ ਅਕਾਲੀ ਦਲ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਦਾ, ਇਹਨਾਂ ਕਾਂਗਰਸ ਨਹੀਂ ਕਰ ਸਕੀ ਜੀ, ਕਾਂਗਰਸ ਨੇ ਨਹੀਂ ਕੀਤਾ। ਔਰ ਉਹਨੇ ਦਲੀਲ ਦਿੱਤੀ ਅਸ਼ਵਨੀ ਕੁਮਾਰ ਸ਼ਰਮਾ ਨੇ ਕਿ ਅਕਾਲੀ ਦਲ ਨੇ ਦਿਹਾਤੀ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਨਫ਼ਰਤ ਪੈਦਾ ਕੀਤੀ। ਅੱਛਾ। ਪਿੰਡਾਂ ਦੇ ਵਿੱਚ ਜਿਹੜਾ ਹੈਗਾ BJP ਦਾ ਅਕਸ ਖਰਾਬ ਕਰਨ ਦਾ ਯਤਨ ਕੀਤਾ। ਜਿਹੜੇ ਅਸ਼ਵਨੀ ਕੁਮਾਰ ਇੱਕ ਦਿਨ ਪਹਿਲਾਂ ਇਹ ਕਹਿੰਦੇ ਤੇ ਇਹ ਕਾਂਗਰਸ ਪਾਰਟੀ ਨੂੰ ਦੂਜੇ ਨੰਬਰ ਤੇ ਰੱਖਦੇ ਹੈ ਜੀ। ਤੇ ਕੱਲ੍ਹ ਵਾਲੀ ਜਿਹੜੀ ਰਾਹੁਲ ਦੀ ਯਾਤਰਾ ਤੋਂ ਬਾਅਦ ਉਹਨਾਂ ਦਾ ਜਿਹੜਾ ਬਿਆਨ ਆਉਂਦਾ ਹੈ ਉਹ ਬਿਆਨ ਉਹਨਾਂ ਦਾ ਕਹਿੰਦਾ ਹੈ ਕਿ ਰਾਹੁਲ ਗਾਂਧੀ ਦੀ ਇਸ ਯਾਤਰਾ ਦੇ ਨਾਲ ਜੀ ਜਿਹੜੇ ਹੈ ਦੁਬਾਰਾ ਫੇਰ ਜ਼ਖਮ ਹੈ ਜਿਹੜੇ ਉਹ ਉੱਲੇ ਹੋਣਗੇ, ਉਚੇੜੇ ਜਾਣਗੇ। ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਤਾਂ ਨਹੀਂ ਹੈਗੇ, ਪਰ ਆਪਾਂ ਕਹਿ ਸਕਦੇ ਹਾਂ ਪੋਰਟਫੋਲੀਓ ਦੇ ਲਿਹਾਜ਼ ਨਾਲ ਨੰਬਰ 2 ਹੈ ਜੀ ਮਿਸਟਰ ਹਰਪਾਲ ਸਿੰਘ ਚੀਮਾ। ਹਰਪਾਲ ਸਿੰਘ ਚੀਮਾ ਦਾ ਤੁਸੀਂ ਦੇਖਿਆ ਹੋਣਾ ਕਿ ਕੱਲ੍ਹ ਹਰਪਾਲ ਸਿੰਘ ਚੀਮਾ ਹੁਣੀ ਡਾਕਟਰ ਬਲਵੀਰ ਜੀ, ਜਿਨ੍ਹਾਂ ਨੂੰ ਹੁਣ ਹੈਲਥ ਡਿਪਾਰਟਮੈਂਟ ਦਾ ਦਿੱਤਾ ਇੰਚਾਰਜ ਲਾਇਆ ਔਰ ਹਾਲ ਹੀ ਵਿੱਚ ਮਤਲਬ 2 ਦਿਨ ਪਹਿਲਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਲਿਆ ਸੀ। ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ ਜੀ। ਉਸ ਅਹੁਦਾ ਸੰਭਾਲ ਰਸਮ ਮੌਕੇ ਉਚੇਚੇ ਤੌਰ ਦੇ ਉੱਤੇ ਗਏ ਸੀਗੇ ਚੀਮਾ ਸਾਹਿਬ ਤੇ ਚੀਮਾ ਸਾਹਿਬ ਨੂੰ ਫਿਰ ਸਵਾਲ ਕੀਤਾ ਪ੍ਰੈਸ ਵਾਲਿਆਂ ਨੇ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਹਦੇ ਬਾਰੇ ਕੀ ਕਹੋਗੇ ਜੀ। ਉਹ ਕਹਿੰਦੇ ਵੀ ਭਾਰਤ ਜੋੜੋ ਯਾਤਰਾ ਚੋਂ ਕੀ ਕੱਢੂਗਾ, ਕਾਂਗਰਸ ਪਾਰਟੀ ਤਾਂ ਵੈਂਟੀਲੇਟਰ ਤੇ ਲੱਗ ਚੁੱਕੀ ਹੈ, ਅੱਛਾ, ਮਰੀ ਪਈ ਹੈ, ਜੋ ਮਰਜ਼ੀ ਆ ਕਰ ਲੇ ਤੇ ਇਹਨਾਂ ਦਾ ਕੋਈ ਮਤਲਬ ਜਿਹੜਾ ਹੈ ਇਹਨਾਂ ਨੂੰ ਫਾਇਦਾ ਨਹੀਂ ਹੋਣਾ। ਦੇਸ਼ ਦੇ ਵਿੱਚੋਂ ਕਾਂਗਰਸ ਗਈ, ਉਹਨਾਂ ਨੇ ਇਹ ਗੱਲ ਕਹੀ। ਇਹਦੇ ਦੇ ਨਾਲ ਦੀ ਨਾਲ ਹੀ ਫਿਰ ਕਾਂਗਰਸ ਪਾਰਟੀ ਦਾ ਰਿਐਕਸ਼ਨ ਵੀ ਆ ਗਿਆ ਜੀ। ਕਾਂਗਰਸ ਪਾਰਟੀ ਨੇ ਜਿਹੜਾ ਰਿਐਕਸ਼ਨ ਦਿੱਤਾ ਹੈ ਉਹ ਮੇਰਾ ਨਹੀਂ ਖਿਆਲ ਵੀ ਕਿਸੇ ਹੋਰ ਪਾਰਟੀ ਤੇ ਦਿੱਤਾ, ਆਮ ਆਦਮੀ ਪਾਰਟੀ ਤੇ ਜ਼ਰੂਰ ਦਿੱਤਾ ਜੀ। ਉਹ ਕਹਿੰਦੇ ਵੀ ਇਹ ਸਾਨੂੰ ਜਿਹੜੇ ਵੈਂਟੀਲੇਟਰ ਤੇ ਲਾਉਣ ਵਾਲੇ ਹੈ ਇਹ ਤਾਂ ਗੁਜਰਾਤ ਦੇ ਵਿੱਚ ਕਹਿੰਦੇ ਸੀ ਕਾਂਗਰਸ ਪਾਰਟੀ ਦਾ ਸਫਾਇਆ ਹੋ ਜਾਣਾ। ਟੈਲੀਵਿਜ਼ਨ ਦੇ ਉੱਤੇ ਬੈਠ ਕੇ ਤੁਹਾਡੇ ਯਾਦ ਹੋਣਾ ਹੈ ਕਿਹਾ ਸੀਗਾ ਕੇਜਰੀਵਾਲ ਸਾਹਿਬ ਨੇ ਕਿ ਸੀਟਾਂ 5 ਉਹ ਆਪਦੀਆਂ 5 ਨੂੰ 5 ਤੋਂ ਵੱਧ ਨਹੀਂ ਆ ਸਕਦੀਆਂ, ਮੈਂ ਲਿਖ ਕੇ ਦੇ ਦੇਣਾ। ਤੇ ਕਾਂਗਰਸ ਪਾਰਟੀ ਵਾਲੇ ਨੇ ਕਿਹਾ ਕਿ ਸਾਡੀਆਂ ਤਾਂ ਸੀਟਾਂ ਇਹਨਾਂ ਨਾਲੋਂ ਕਾਫੀ ਜ਼ਿਆਦਾ ਹੈ। ਤੇ ਜੇ ਹੁਣ ਆਪਾਂ ਸਹੀ ਮੈਨੇ ਚ ਦੇਖੀਏ ਤਾਂ 5 ਤਾਂ ਫਿਰ ਆਮ ਆਦਮੀ ਪਾਰਟੀ ਦੀਆਂ ਰਹਿ ਗਈਆਂ। ਖੈਰ ਉਹ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਜਿਹੜੀ ਤਾਬੜ ਤੋੜ ਹਮਲੇ ਕੀਤੇ ਹੈ ਉਹ ਕੀਤੇ ਅਕਾਲੀ ਦਲ ਨੇ। ਅਕਾਲੀ ਦਲ ਦਾ ਕੋਈ ਹੋਰ ਲੀਡਰ ਤਾਂ ਨਹੀਂ ਬੋਲਿਆ ਜੀ। ਪਰਿਵਾਰ ਦੇ 2 ਅਹਿਮ ਮੈਂਬਰ ਜਿਹੜੇ ਦੋਨੋਂ ਪਾਰਲੀਮੈਂਟ ਦੇ ਮੈਂਬਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਮਤਲਬ ਬੜੇ ਉਚੇਚ ਦੇ ਨਾਲ ਕੱਲ ਜਿਹੜੇ ਹਮਲੇ ਕੀਤੇ ਹੈ। ਇਹ ਗੱਲ ਕਹਿ ਕੇ ਜੀ ਕਿਹੜੇ ਮੂੰਹ ਦੇ ਨਾਲ ਇਹ ਬੰਦੇ ਇੱਥੇ ਤੁਰੇ ਫਿਰਦੇ ਹੈ। ਇਹ ਆ ਗਿਆ ਰਾਹੁਲ ਦੇ ਪਰਿਵਾਰ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਦਾਦੀ ਇਹਦੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੀ। ਦਾਦੀ ਇਹਦੀ ਨੇ ਸਾਥੋਂ ਪਾਣੀ ਖੋਹੇ ਔਰ ਇਹਦੇ ਪਿਓ ਨੇ ਜਿਹੜਾ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕਰਵਾਇਆ। ਸੁਖਬੀਰ ਸਿੰਘ ਬਾਦਲ ਨੇ ਵੀ ਬਿੰਗੇ ਟੇਢੇ ਢੰਗ ਨਾਲ ਇਹੀ ਗੱਲ ਕਹੀ ਤੇ ਇਹੀ ਗੱਲ ਕਹੀ ਬੀਬੀ ਹਰਸਿਮਰਤ ਕੌਰ ਬਾਦਲ। ਪਲੱਸ ਇਹਨਾਂ ਦਾ IT ਸੈੱਲ ਵੀ ਲੱਗ ਗਿਆ ਇਸੇ ਗੱਲਾਂ ਤੇ। ਚਲੋ IT ਸੈੱਲ ਨੇ ਤਾਂ ਫਿਰ ਕੰਮ ਕਰਨਾ ਹੀ ਹੈ ਨਾ, ਜੋ ਮਾਲਕ ਬੋਲਦੇ ਉਹੀ ਕੁਛ ਕਰਦੇ। ਬਿਲਕੁਲ। ਹੁਣ IT ਸੈੱਲ ਨੂੰ ਇਹ ਤਾਂ ਕਾਂਗਰਸ ਪਾਰਟੀ ਦੀ ਮੇਰੇ ਖਿਆਲ ਮੁਤਾਬਕ ਜਦ ਤੱਕ ਕਾਂਗਰਸ ਪਾਰਟੀ ਦੇ ਲੋਕ ਅਗਿਆਨੀ ਹੈ, ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਜੀ। ਤੇ ਜੇ ਉਹਨਾਂ ਨੂੰ ਇਤਿਹਾਸ ਦਾ ਪਤਾ ਤੇ ਜਾਂ ਫਿਰ ਉਹ ਯਾਤਰਾ 'ਚ ਹੀ ਇੰਨੇ ਉਲਝੇ ਹੋਣਗੇ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸੀ ਕਿ ਜਵਾਬ ਕੀ ਹੈ। ਆਪਰੇਸ਼ਨ ਬਲੂ ਸਟਾਰ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੋਈ ਸ਼ੱਕ ਨਹੀਂ ਬਹੁਤ ਮਾੜੀ ਗੱਲ ਹੋਈ ਹੈ ਜੀ। ਇੰਦਰਾ ਗਾਂਧੀ ਨੇ ਇੱਕ ਬੱਜਰ ਪਾਪ ਕੀਤਾ, ਬੱਜਰ ਅਪਰਾਧ ਕੀਤਾ ਔਰ ਉਹਦਾ ਖਮਿਆਜ਼ਾ ਉਹਨੂੰ ਭੁਗਤਣਾ ਪਿਆ। ਠੀਕ ਹੈ, ਪਰ
ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਕੀ ਹੂੰ ਉਹ ਕੱਲੀ ਕਾਂਗਰਸ ਪਾਰਟੀ ਦੀ ਖੇਡ ਸੀ? ਜੀ ਕੀ ਉਹ ਕੱਲੀ ਕਾਂਗਰਸ ਪਾਰਟੀ ਦੀ ਸੋਚ ਸੀ? ਹੂੰ ਮਾਈ ਕੰਟਰੀ ਮਾਈ ਲਾਈਫ ਕਿਤਾਬ ਦੇ ਵਿੱਚ ਅਡਵਾਨੀ ਅਡਵਾਨੀ ਸਾਹਿਬ ਕਹਿੰਦੇ ਹੈ ਕਿ ਇੰਦਰਾ ਗਾਂਧੀ ਜਰਕ ਗਈ ਸੀ, ਮੈਂ ਤੇ ਮੇਰੀ ਪਾਰਟੀ ਨੇ ਪ੍ਰੈਸ਼ਰ ਬਿਲਡ ਕੀਤਾ ਤੇ ਅਸੀਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ। ਤੇ ਪੰਜਾਬ ਦੇ ਵੀ ਲੀਡਰ ਉੱਥੇ ਗਏ ਸੀ। ਮੈਂ ਅੱਗੇ ਦੱਸਦਾ ਨਾ, ਦਾਨੇਵਾਲ ਸਾਹਿਬ ਤੁਸੀਂ ਦੇਖੋ ਉਸੇ ਪਾਰਟੀ ਨਾਲ ਜਿਹੜੀ ਪਾਰਟੀ ਇਹ ਮੰਨਦੀ ਹੈ ਕਿ ਅਸੀਂ ਇਹ ਸਾਰਾ ਕੁਝ ਕਰਵਾਇਆ, ਜਿਹੜੀ ਪਾਰਟੀ ਦੇ ਵਰਕਰਾਂ ਦਾ, ਜੀ ਜਿਹੜੀ ਪਾਰਟੀ ਦੀ ਵਿਚਾਰਧਾਰਾ ਨਾਲ ਸੰਬੰਧਿਤ ਲੋਕਾਂ ਦਾ ਹੂੰ 49 FIR ਦੇ ਵਿੱਚ ਜ਼ਿਕਰ ਹੈ ਦਿੱਲੀ ਦੇ ਦੰਗਿਆਂ ਦਿੱਲੀ ਬਾਰੇ। ਦੇ ਦੰਗਿਆਂ ਦਾ ਉਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਹ 84 ਚ ਹੋਇਆ, 1996 ਦੇ ਵਿੱਚ ਸਾਂਝ ਪਾਈ ਜੀ ਤੇ ਇਹ ਸਾਂਝ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਾਲੇ ਕਾਨੂੰਨਾਂ ਦੇ ਵਿਰੁੱਧ ਲੜਾਈ ਲੜਦੇ ਕਿਸਾਨਾਂ ਨੇ ਬਾਦਲ ਪਿੰਡ ਨੂੰ ਜਾ ਕੇ ਘੇਰਾ ਨਹੀਂ ਪਾਇਆ ਸੀ। ਉਹ ਤੋਂ ਪਹਿਲਾਂ ਬਾਦਲ ਪਰਿਵਾਰ ਹੁਬ ਕੇ ਇਹਨਾਂ ਦਾ IT ਸੈੱਲ ਵੀ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਸੀ ਕਿ ਦੇਖੋ ਜੀ ਕਿੱਡਾ ਨਰਿੰਦਰ ਮੋਦੀ ਸਾਹਿਬ ਨੇ ਕਿੰਨਾ ਸ਼ਾਨਦਾਰ ਜਿਹੜਾ ਹੈਗਾ ਉਹ ਕਿਸਾਨਾਂ ਦਾ ਕਾਨੂੰਨ ਸ਼ਾਨਦਾਰ ਕਾਨੂੰਨ ਲੈ ਕੇ ਕਿਸਾਨਾਂ ਦਾ ਭਲਾ ਕੀਤਾ ਹੈ। ਵੱਡੇ ਬਾਦਲ ਸਾਹਿਬ ਨੇ ਵੀਡੀਓ ਜਾਰੀ ਕੀਤੀ ਕਿ ਜੀ ਅਕਾਲੀ ਦਲ ਨੇ ਪਹਿਲਾਂ ਵੀ ਪੰਜਾਬ ਦਾ ਬੜਾ ਭਲਾ ਕੀਤਾ ਹੈ ਤੇ ਅਕਾਲੀ ਦਲ ਦੀ ਬਦੌਲਤ ਹੀ ਸਾਰਾ ਕੁਝ ਹੋਇਆ ਤੇ ਕਿਸਾਨਾਂ ਨੂੰ MSP ਪੂਰਾ ਮਿਲਦਾ ਰਹੂਗਾ ਜੀ। ਅਕਾਲੀ ਦਲ ਦੇ ਪ੍ਰਧਾਨ ਨੂੰ ਖੇਤੀਬਾੜੀ ਮੰਤਰੀ ਨੇ ਲਿਖ ਕੇ ਦਿੱਤਾ ਹੈ। ਬੀਬੀ ਬਾਦਲ ਵੀ ਇਹੀ ਗੱਲ ਕਹਿੰਦੀ ਰਹੀ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਵੀ ਇਹੀ ਕਹਿੰਦੇ ਰਹੇ ਤੇ ਜਦੋਂ ਬਰੂਹਾਂ ਤੱਕ ਪਹੁੰਚ ਗਏ ਕਿਸਾਨ ਤੇ ਫਿਰ ਪਤਾ ਲੱਗਿਆ ਕਿ ਹਾਲ ਉਹੀ ਹੋਣਾ ਜੀ ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੋਇਆ ਸੀ। ਤੇ ਫਿਰ ਇੱਕਦਮ ਜਿਹੜਾ ਹੈਗਾ ਬੈਕ ਗੇਅਰ ਪਾਇਆ, ਪਾਰਲੀਮੈਂਟ ਦੇ ਵਿੱਚ ਦਿੱਤਾ ਜੀ ਸਾਨੂੰ ਤਾਂ ਪੁੱਛਿਆ ਹੀ ਨਹੀਂ, ਆਰਡੀਨੈਂਸ ਕਦੋਂ ਜਾਰੀ ਹੋਇਆ ਸੀ ਸਾਡੇ ਨਾਲ ਤਾਂ ਗੱਲ ਹੀ ਨਹੀਂ ਕੀਤੀ, ਅਸੀਂ ਤਾਂ ਉਹਦਾ ਵਿਰੋਧ ਕੀਤਾ ਸੀ। ਤੇ ਇਹ ਚੀਜ਼ਾਂ ਤਾਂ ਸਾਰੀਆਂ ਪਈਆਂ। ਬੀਬੀ ਬਾਦਲ ਦਾ ਦੂਰਦਰਸ਼ਨ ਦੇ ਉੱਤੇ ਚੇਚੇ ਤੌਰ ਤੇ ਦਿੱਤਾ ਹੋਇਆ ਇੰਟਰਵਿਊ ਸਪੈਸ਼ਲ ਸੱਦੇ ਗਏ ਸੀ ਪੱਤਰਕਾਰ। ਸੋ ਇੱਕ ਤਾਂ ਇਹ ਕਾਂਗਰਸ ਪਾਰਟੀ ਜਿਹੜੀ ਹੈਗੀ ਇੱਥੇ ਇਹ ਨਹੀਂ ਪੇਸ਼ ਕਰ ਸਕੀ ਕਿ ਤੁਹਾਡੀ ਤਾਂ ਉਹਨਾਂ ਨਾਲ ਸਾਂਝ ਰਹੀ ਹੈ ਜੀ। ਦੂਜੀ ਗੱਲ ਦਾਨੇਵਾਲ ਸਾਹਿਬ, ਜਦੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਸੀ, ਮੈਂ ਉਹ ਵਾਈਟ ਪੇਪਰ ਅੱਖਰ ਪੜ੍ਹੇ ਜੀ ਤੇ ਉਸ ਵਾਈਟ ਪੇਪਰ ਦੀ ਕਾਪੀ ਮੇਰੇ ਕੋਲ ਮੌਜੂਦ ਹੈ ਹੁਣ। ਉਸ ਵਾਈਟ ਪੇਪਰ ਦੇ ਵਿੱਚ ਉਹਨਾਂ ਸਾਰੀਆਂ ਮੀਟਿੰਗਾਂ ਦਾ ਹਵਾਲਾ ਦਿੱਤਾ ਗਿਆ ਹੈ ਜੀ ਜਿਹੜੀਆਂ ਜੇਲ੍ਹਾਂ ਚੋਂ ਕੱਢ ਕੇ ਅਕਾਲੀ ਲੀਡਰਾਂ ਨਾਲ ਹੁੰਦੀਆਂ ਰਹੀਆਂ, ਜਿਨ੍ਹਾਂ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸੀ ਜੀ। ਅਗਲੀ ਗੱਲ 1984 ਤੋਂ ਪਹਿਲਾਂ ਜਦੋਂ ਹਾਲਾਤ ਬਣ ਗਏ ਸੀ, ਪਤਾ ਲੱਗਦਾ ਸੀ ਕਿ ਗੜਬੜ ਹੋ ਸਕਦੀ ਹੈ ਜੀ। ਇੱਕ ਬਹੁਤ ਵੱਡਾ ਮੰਜੀ ਸਾਹਿਬ ਤੇ ਇਕੱਠ ਹੋਇਆ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਸੀ ਉਸ ਇਕੱਠ ਨੂੰ, ਉਹਨਾਂ ਨੇ ਵੀ ਐਡਰੈਸ ਕੀਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਣਾ ਨੇ ਵੀ ਕੀਤਾ ਸੀ। ਉਹਦੇ ਵਿੱਚ ਸਾਰੀ ਅਕਾਲੀ ਲੀਡਰਸ਼ਿਪ ਸ਼ਾਮਲ ਸੀ, ਇਨਕਲੂਡਿੰਗ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਉੱਥੇ ਮਰਜੀਵੜਿਆਂ ਨੂੰ ਕਸਮ ਪਵਾਈ ਸੀ ਤੇ ਬਾਦਲ ਸਾਹਿਬ ਨੇ ਵੀ ਬਤੌਰ ਇੱਕ ਮਰਜੀਵੜੇ ਕਸਮ ਚੁੱਕੀ ਸੀ ਕਿ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਟੈਂਕ ਤੇ ਤੋਪਾਂ ਟੱਪਣਗੀਆਂ, ਅਸੀਂ ਇੱਥੇ ਸ਼ਹੀਦ ਹੋ ਜਾਵਾਂਗੇ। ਟੈਂਕ ਤੇ ਤੋਪਾਂ ਤਾਂ ਟੱਪੇ ਪਰ ਛਾਤੀਆਂ ਆਮ ਲੋਕਾਂ ਦੀਆਂ ਸੀ। ਉਹ ਛਾਤੀਆਂ ਕਿਸੇ ਲੀਡਰ ਦੀਆਂ ਸੀ। ਟੌੜਾ ਸਾਹਿਬ, ਲੌਂਗੋਵਾਲ ਸਾਹਿਬ, ਇਹਨਾਂ ਨੂੰ ਕਿਸ ਢੰਗ ਦੇ ਨਾਲ ਫੌਜ ਨੇ ਪ੍ਰੋਟੈਕਟ ਕਰਕੇ ਬਾਹਰ ਕੱਢਿਆ ਸੀ। ਤੇ ਬਾਦਲ ਸਾਹਿਬ ਬਾਰੇ ਤਾਂ ਤਸਵੀਰਾਂ ਪਈਆਂ ਕਿ ਇਹ ਤਾਂ ਉਸ ਵੇਲੇ ਗੁੜੀ ਸੰਗਰ ਕਿਸੇ ਸ਼ਗਨ ਦੇ ਵਿੱਚ ਸੀ, ਸ਼ਗਨ ਕਰਾਈ ਜਾਂਦੇ। ਅਰੂਪ ਸਿੰਘ, ਮੇਰੇ ਖਿਆਲ ਮੁਤਾਬਕ ਅਰੂਪ ਸਿੰਘ ਸੀਗੇ। ਗੁੜੀ ਸੰਗਰ ਗਿੱਦੜਵੇ ਦੇ ਕੋਲ, ਗਿੱਦੜਵਾ ਹਲਕੇ ਦਾ ਪਿੰਡ ਹੈ। ਉਹਨਾਂ ਦੇ ਘਰ ਦੇ ਵਿੱਚ ਕੋਈ ਮਤਲਬ ਕੋਈ ਖੁਸ਼ੀ ਦਾ ਟਾਈਮ ਸੀ, ਕੋਈ ਸ਼ਗਨ ਸੀ ਕੁੜੀ ਜਾਂ ਮੁੰਡੇ ਦਾ, ਉਹਦੇ ਵਿੱਚ ਸੀ। ਔਰ ਇਹ ਜ਼ਿਕਰ ਮੈਂ ਨਹੀਂ ਕੀਤਾ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਜਾਰੀ ਕੀਤੀਆਂ ਸੀ ਤਸਵੀਰਾਂ। ਠੀਕ ਹੈ। ਅਗਲੀ ਗੱਲ, ਜੇ ਆਪਾਂ ਹੁਣ ਇਹ ਗੱਲ ਕਹਦੀ ਜੀ ਗਦਾਰੀ ਬੜੀ ਕੀਤੀ ਜੀ ਉਹਨਾਂ ਨੇ ਤਾਂ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਭਲਾ ਤਾਂ ਕਿਸੇ ਨੇ ਵੀ ਨਹੀਂ ਕੀਤਾ। ਮੈਂ ਕਹਿੰਦਾ ਨਹੀਂ, ਜੋ ਕੁਛ ਦਰਬਾਰ ਸਾਹਿਬ ਚ 1984 ਚ ਹੋਇਆ ਸੀ ਉਹੀ ਕੁਛ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਵੀ ਹੋਇਆ ਸੀ। ਤੇ ਜਲਿਆਂਵਾਲੇ ਬਾਗ ਵੇਲੇ ਫਿਰ ਕਿਹਨਾਂ ਨੇ ਤਾਮੀਰਦਾਰੀ ਕੀਤੀ ਸੀ ਜਨਰਲ ਡਾਇਰ ਦੀ, ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਕਿਹਨਾਂ ਨੇ ਫਿਰ ਵਜ਼ੀਰੀਆਂ ਲਈਆਂ ਕੇਂਦਰ ਤੋਂ, ਇਹ ਵੀ ਸਾਰਾ ਕੁਝ ਲਿਖਿਆ ਹੋਇਆ। ਉਹ ਖੈਰ ਉਹਦਾ ਜਵਾਬ ਨਹੀਂ ਦੇ ਸਕੇ। ਜਵਾਬ ਉਹਨਾਂ ਨੂੰ ਦੇਣਾ ਬਣਦਾ। ਅਸੀਂ ਪੱਤਰਕਾਰ ਹਾਂ, ਸਾਡਾ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਇਤਿਹਾਸ ਦੇ ਵਿਦਿਆਰਥੀ ਹਾਂ, ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਸਾਡੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਰੂਬਰੂ ਕਰਾਇਆ ਜਾਵੇ, ਦੱਸਿਆ ਜਾਵੇ ਕਿ ਕੀ ਕੁਛ ਹੈ। ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਹੋਇਆ ਜਿਹੜਾ ਉਹ ਬਹੁਤ ਮਾੜਾ ਹੋਇਆ। ਅਸੀਂ ਉਹਨੂੰ ਕ੍ਰਿਟੀਸਾਈਜ਼ ਕਰਦੇ ਹਾਂ। ਉਹਦੇ ਤੇ ਅਗਲੀ ਗੱਲ ਜਿਹੜੀ ਹੈਗੀ ਆ, ਮੈਨੂੰ ਅੱਜ ਮਾਲਵਿੰਦਰ ਸਿੰਘ ਮਾਲੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਜੀ। ਉਹ ਕਹਿੰਦੇ ਵੀ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਇੰਦਰਾ ਗਾਂਧੀ ਨੇ ਕਰਵਾਇਆ। ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਉਹਦੇ ਦੌਰ 'ਚ ਹੋਇਆ। ਉਹ ਜ਼ਿੰਮੇਵਾਰ ਆ। ਉਹਨੇ ਕਿਹਾ ਸੀ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ। ਕਹਿੰਦਾ ਫਿਰ ਤੁਸੀਂ ਇਤਿਹਾਸ ਦੇ ਵਿੱਚੋਂ ਇਤਿਹਾਸ ਦੇ ਉਸ ਵਰਕੇ ਦਾ ਕੀ ਕਰੋਗੇ?
ਜਿਹੜਾ ਵਰਕਾ ਨਵਾਬ ਮਲੇਰਕੋਟਲਾ ਹੂੰ ਦੇ ਵੱਲੋਂ ਹਾਂ ਦਾ ਨਾਰਾ ਜਿਹੜਾ ਬੱਚਿਆਂ ਮਾਰਿਆ ਗਿਆ ਸੀ, ਹੂੰ ਉਹਦੇ ਬਾਰੇ ਕੀ ਕਿਹਾ ਸੀ? ਉਹਨੇ ਕਿਹਾ ਸੀ ਦੁਸ਼ਮਣੀ ਹੂੰ ਬਾਪ ਨਾਲ ਹੈ। ਬੱਚਿਆਂ ਗੁਰੂ ਨਾਲ। ਗੋਬਿੰਦ ਸਿੰਘ ਨੇ ਸਾਡੇ ਮਤਲਬ ਜਿਹੜੇ ਹੈਗੇ ਮੇਰੇ ਭਰਾਵਾਂ ਦਾ ਜਿਹੜਾ ਉਹ ਵੱਧ ਕੀਤਾ ਹੈ ਹੂੰ ਜਾਂ ਉਹਦੇ ਹੱਥੋਂ ਉਹ ਮਾਰੇ ਗਏ ਹੈ। ਹੂੰ ਮੇਰੀ ਦੁਸ਼ਮਣੀ ਉਹਨਾਂ ਨਾਲ ਇਹਨਾਂ ਬੱਚਿਆਂ ਨਾਲ ਮੇਰੀ ਕੀ ਬੱਚਿਆਂ ਨਾਲ ਤਾਂ ਦੁਸ਼ਮਣੀ? ਨਹੀਂ। ਮਾਪਿਆਂ ਦਾ ਕੀਤਾ ਹੋਇਆ ਗੁਨਾਹ ਜਿਹੜਾ ਹੈਗਾ ਹੂੰ ਉਹਦੇ ਜਿਹੜੇ ਹੈਗੇ ਜ਼ਿੰਮੇਵਾਰ ਬੱਚਿਆਂ ਨੂੰ ਨਹੀਂ ਠਹਿਰਾਇਆ ਜਾ ਸਕਦਾ। ਜੀ ਇਹ ਠੀਕ ਹੈ, ਉਹ ਰਾਹੁਲ ਦੇ ਦਾਦੀ ਨੇ ਜੋ ਕੀਤਾ ਸੀ ਉਹਨੇ ਪਾਇਆ, ਹੂੰ ਜੋ ਪਿਓ ਨੇ ਕੀਤਾ ਸੀ ਜਿਹੜੀ ਜਦੋਂ ਬਦਨਾਮੀ ਬੱਚੇ ਖੱਟੀ ਹੈ। ਦੁਸ਼ਮਣੀ ਛੱਡ ਦੇਣ, ਹੱਥ ਵਧਾ ਦੇਣ ਦੋਸਤੀ ਦਾ, ਤੇ ਫਿਰ ਮਾਫ ਵੀ ਨਹੀਂ, ਉਹ ਦਰਬਾਰ ਸਾਹਿਬ ਦੇ ਵਿੱਚ ਆਏ ਕੀਤੇ, ਉਹ ਕਹਿੰਦੇ ਜੀ ਮਾਫੀ ਇਹਨੇ ਨਹੀਂ ਮੰਗੀ, ਡਾਕਟਰ ਮਨਮੋਹਨ ਸਿੰਘ ਤੋਂ ਮੰਗਵਾਤੀ। ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਤੁਸੀਂ ਬਣਾਇਆ ਸੀ, ਤੁਸੀਂ ਬਣਾਇਆ ਸੀ। ਉਹਨਾਂ ਨੇ ਪ੍ਰਧਾਨ ਮੰਤਰੀ ਬਣਾਇਆ ਸੀ। ਇਹ ਵੀ ਤੁਸੀਂ ਦੇਖਣ ਵਾਲੀ ਗੱਲ ਹੈ ਕਿ ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਇੰਦਰਾ ਗਾਂਧੀ ਆਪਣੇ 2 ਅੰਗ ਰੱਖੇ ਸਿੱਖਾਂ ਹੱਥੋਂ ਮਾਰੀ ਗਈ, ਤੇ ਫਿਰ ਉਸੇ ਇੰਦਰਾ ਗਾਂਧੀ ਦੀ ਨੂੰਹ ਨੇ ਇੱਕ ਸਿੱਖ ਨੂੰ ਪ੍ਰਾਈਮ ਮਿਨਿਸਟਰ ਵੀ ਬਣਾਇਆ। ਕੀ ਤੁਸੀਂ ਉਹਨੂੰ ਪ੍ਰਾਈਮ ਸਿੱਖ ਨਹੀਂ ਮੰਨਦੇ ਜੀ? ਜਾਂ ਤਾਂ ਇਹ ਕਹਿ ਦਿਓ ਕਿ ਮਨਮੋਹਨ ਸਿੰਘ ਸਿੱਖ ਨਹੀਂ ਸੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਜੁੜੇ, ਸਾਰੀ ਗੱਲਬਾਤ ਦੇ ਉੱਤੇ ਆਪਣੇ ਵਿਚਾਰ ਹੇਠਾਂ ਜ਼ਰੂਰ ਦੇਣਾ। ਤੁਹਾਡੇ ਵਿਚਾਰ ਕੀ ਨੇ, ਉਸ ਦਾ ਜਵਾਬ ਅਸੀਂ ਤੁਹਾਡੇ ਨਾਲ ਫਿਰ ਅੱਗੇ ਚੱਲਾਂਗੇ। ਢਿੱਲੋਂ ਸਾਹਿਬ, ਫਿਰ PCS ਅਧਿਕਾਰੀ ਪਰਤੇ ਆਏ ਜੀ ਨੌਕਰੀਆਂ ਤੇ ਡਿਊਟੀਆਂ ਤੇ? ਦੇਖੋ ਦਾਨੇਵਾਲੀਆ ਸਾਹਿਬ, ਆਪਾਂ ਪਹਿਲਾਂ ਵੀ ਕਿਹਾ ਸੀ ਕਿ ਜੇ ਇਹਨਾਂ ਅਧਿਕਾਰੀਆਂ ਦੇ ਵਿੱਚ ਜਾਨ ਹੋਵੇ, ਦਮ ਹੋਵੇ, ਸੱਚੇ ਸੁੱਚੇ ਹੋਣ, ਤੇ ਫਿਰ ਇਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਜੀ। ਆਪਾਂ ਇਹ ਵੀ ਗੱਲ ਕਹੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ। ਕਈ ਸਾਰੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਸਰਕਾਰ ਦੇ ਉਲਟ ਹੋਵਾਂਗੇ ਤੇ PCS ਤੇ IAS ਅਧਿਕਾਰੀਆਂ ਦੀ ਹਮਾਇਤ ਕਰਾਂਗੇ। ਬਿਲਕੁਲ ਨਹੀਂ। ਸਾਡਾ ਇਹ ਮੰਨਣਾ ਹੈ ਕਿ ਸਿਆਸਤਦਾਨਾਂ ਦੇ ਵੱਲੋਂ ਜਿਹੜੀਆਂ ਠੱਗੀਆਂ ਠੋਰੀਆਂ ਮਾਰੀਆਂ ਜਾਂਦੀਆਂ ਜੀ, ਉਹ ਕਾਮਯਾਬ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਇਹਨਾਂ ਅਧਿਕਾਰੀਆਂ ਦਾ ਸਾਥ ਨਾ ਮਿਲਦਾ ਹੋਵੇ, ਸਹਿਯੋਗ ਨਾ ਮਿਲਦਾ ਹੋਵੇ। ਔਰ ਆਪਾਂ ਪਹਿਲੇ ਦਿਨ ਹੀ ਇਹ ਮਿਸਾਲ ਦਿੱਤੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਸੈਂਬਲੀ ਦੇ ਵਿੱਚ ਅਮਰਿੰਦਰ ਸਿੰਘ ਨੂੰ ਕਿਹਾ ਸੀ ਜੀ ਕਿ ਅਮਰਿੰਦਰ ਸਿੰਘ ਜੀ ਇਹਨਾਂ ਵੱਲ ਦੇਖੋ, ਹੱਥ ਕਰਕੇ ਕਿਹਾ ਸੀ ਕਿ ਜਿਹੜੇ ਉਹ ਬੈਠੇ ਆ ਗੈਲਰੀ ਦੇ ਵਿੱਚ, ਇਹਨਾਂ ਲੋਕਾਂ ਨੇ ਇਹ ਉਹ ਲੋਕ ਹੈ ਜਿਹੜੇ ਲੋਕ ਸਾਰਾ ਕੁਝ ਕਰਦੇ ਹੈ ਪਰ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਦੇ, ਤੇ ਆਪਾਂ ਇੱਕ ਦੂਜੇ ਦਾ ਨੁਕਸਾਨ ਕਰਦੇ ਜੀ। ਇੱਥੇ ਵੀ ਜਿਹੜਾ ਹੈਗਾ ਤੁਸੀਂ ਦੇਖੋ ਕਿ ਜਦੋਂ ਪਹਿਲੇ ਦਿਨ ਉਹਨੂੰ ਆਪਣੇ ਜਿਹੜਾ RTA ਸੀ ਜੀ, ਧਾਲੀਵਾਲ, ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ। ਕਿਵੇਂ ਕੀਤਾ, ਕੀ ਕੀਤਾ ਗ੍ਰਿਫਤਾਰ, ਉਹ ਸਾਰੀ ਗੱਲ ਛੱਡ ਦਈਏ ਜੀ। ਉਹਨਾਂ ਨੇ ਇੱਕ ਹੋਮਗਾਰਡ ਦੇ ਜਵਾਨ ਤੋਂ ਕੁਝ ਪੈਸੇ ਵੀ ਬਰਾਮਦ ਕੀਤੇ, ਜਿਹੜੇ ਨੇ ਕਿਹਾ ਕਿ ਮੈਂ ਉਹਦੇ ਵਾਸਤੇ ਇਕੱਠੇ ਕਰਦਾ ਸੀ। ਨਾਲ ਦੀ ਨਾਲ ਹੀ ਜਿਹੜੇ ਹੈਗੇ ਜੀ ਇੱਕ ਅਣਐਲਾਨੀ ਇਹਨਾਂ ਨੇ ਐਲਾਨ ਕਰਕੇ ਤੇ ਬਗੈਰ ਮਨਜ਼ੂਰ ਕਰਵਾਇਆ ਛੁੱਟੀ ਤੇ ਚਲੇ ਗਏ। ਤੇ ਛੁੱਟੀ ਵੀ ਜਿਹੜੀ ਹੈਗੀ 1 ਦਿਨ ਦੀ ਨਹੀਂ, 2 ਦਿਨ ਦੀ ਨਹੀਂ, ਕਹਿੰਦੇ ਜੀ ਅਸੀਂ ਸ਼ੁੱਕਰਵਾਰ ਤੱਕ ਛੁੱਟੀ ਤੇ ਰਵਾਂਗੇ ਜੀ। ਤੇ ਸਰਕਾਰ ਹੁੰਦੀ ਹੈ। ਬਿਲਕੁਲ। ਇੱਕ ਗੱਲ ਤਾਂ ਵਧੀਆ ਇਹ ਹੋਈ ਹੈ ਇਹਦੇ ਵਿੱਚ ਕਿ ਐਤਕੀ ਸਰਕਾਰ ਦੇ ਨਾਲੋਂ ਲੋਕ ਜਿਹੜੇ ਆ ਬੜੇ ਐਕਟਿਵ ਹੋਏ। ਲੋਕਾਂ ਨੇ ਝੰਡਾ ਚੱਕਿਆ। 3-4 ਜਥੇਬੰਦੀਆਂ ਤਾਂ ਸ਼ਰੇਆਮ ਹੀ ਬਾਜ਼ਾਰ ਦੇ ਵਿੱਚ ਆ ਗਈਆਂ। ਉਹਨਾਂ ਨੇ ਆ ਕੇ ਕਿਹਾ ਕਿ ਇਹਨਾਂ ਨੂੰ ਕਰੋ, ਬਰਖਾਸਤ ਕਰੋ, ਇਹਨਾਂ ਤੋਂ ਲੈਣਾ ਕੀ ਹੈ, ਇਹਨਾਂ ਨੂੰ ਕੱਢ ਕੇ ਪਰੇ ਮਾਰੋ, ਕੀ ਕਰਨਾ ਕਰਾਉਣਾ ਜੀ। ਇਹਨਾਂ ਦੇ ਖਿਲਾਫ ਜਿਹੜੇ ਕਹਿੰਦੇ ਕਿ ਸਾਨੂੰ ਉਹਨੂੰ ਸਸਪੈਂਡ, ਉਹਨੂੰ ਕਿਉਂ ਗ੍ਰਿਫਤਾਰ ਕਿਉਂ ਕੀਤਾ ਜੀ, ਸਸਪੈਂਡ ਕਰੋ ਇਹਨਾਂ ਨੂੰ। ਦਾਨੇਵਾਲੀਆ ਸਾਹਿਬ ਗੱਲ ਇਹ ਹੈ ਕਿ ਇਹ ਜਿਹੜਾ ਭਗਵੰਤ ਸਿੰਘ ਮਾਨ ਨੇ ਕੱਲ ਦਬਕਾ ਮਾਰਿਆ ਜੀ ਕਿ ਬਈ 2 ਵਜੇ ਤੱਕ ਹੋ ਜਾਓ ਡਿਊਟੀਆਂ ਤੇ ਹਾਜ਼ਰ, ਤੇ ਜੇ 2 ਵਜੇ ਤੱਕ ਹਾਜ਼ਰ ਨਾ ਹੋਏ ਤਾਂ ਫਿਰ ਉਹ ਤੋਂ ਬਾਅਦ ਸਸਪੈਂਸ਼ਨ ਵਾਸਤੇ ਤਿਆਰ ਰਹੋ। ਮੈਂ ਉਹਨੂੰ ਐਪਰੀਸ਼ੀਏਟ ਕਰਦਾ ਚੀਫ ਮਿਨਿਸਟਰ ਨੂੰ ਜੀ। ਕਾਰਨ ਦਾ ਇਹ ਹੈ ਕਿ ਇਹੀ ਕੁਛ ਜੋ ਕੁਛ ਇਹਨਾਂ ਨੇ ਕੀਤਾ ਸੀ, ਇਹੀ ਕੁਛ ਇੱਕ ਜ਼ਮਾਨੇ ਦੇ ਵਿੱਚ ਕੀਤਾ ਸੀ ਪ੍ਰਤਾਪ ਸਿੰਘ ਕੈਰੋਂ ਦੇ ਜ਼ਮਾਨੇ ਜੀ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਹੁੰਦੇ ਸੀ ਤੇ ਪੰਜਾਬ ਦੇ ਪਟਵਾਰੀਆਂ ਨੇ ਹੜਤਾਲ ਕਰਤੀ ਸੀ। ਕਿਹਾ ਬੰਦੇ ਦੇ ਪੁੱਤ ਬਣ ਜੋ, ਨਹੀਂ ਬਣੇ। ਔਰ ਉਹਨੇ ਫਿਰ ਉਹਨਾਂ ਨੂੰ ਨਾਲ ਦੀ ਨਾਲ ਸਾਰਿਆਂ ਨੂੰ ਜਿਹੜੇ ਕੀ ਹੁੰਦੇ ਆ ਪੰਜਾਬੀ ਚ ਕਹਿੰਦੇ ਨੇ 12 ਪੱਥਰੋਂ ਬਾਹਰ ਟਰਮੀਨੇਟ ਕਰਤਾ ਸੀ, ਬਰਖਾਸਤ ਕਰਤਾ, ਨੌਕਰੀਆਂ ਉਹਨਾਂ ਦੀਆਂ ਕਰਤੀਆਂ ਖਤਮ ਜੀ। ਤੇ ਮੈਂ ਕਈ ਸਾਰੇ ਜਿਹੜੇ ਪਟਵਾਰੀਆਂ ਨੂੰ ਜਿਹੜੇ ਉਸ ਵੇਲੇ ਦੇ ਮਾਂਜੇ ਸੀ, ਜਦੋਂ ਤੁਰੇ ਫਿਰਦੇ ਹੁੰਦੇ ਤੇ ਕਈ ਵਾਰੀ ਇੱਥੇ ਕਚਹਿਰੀਆਂ ਕਚੂਰੀਆਂ ਚ ਵੀ ਆ ਜਾਂਦੇ ਜਾਂ ਕਿਸੇ ਥਾਂ ਤੇ ਮਿਲ ਜਾਂਦੇ, ਪੁੱਛਦੇ ਵੀ ਕੀ ਹਾਲ ਚਾਲ ਹੈ ਪਟਵਾਰੀ ਸਾਹਿਬ। ਉਹ ਕਹਿੰਦੇ ਹੁੰਦੇ ਸੀ ਕੈਰੋਂ ਦੇ ਮਾਂਜੇ ਵੇ, ਕੈਰੋਂ ਨੇ ਮਾਂਜੇ ਵੇ ਪਟਵਾਰੀ। ਤੇ ਮੁੜ ਕੇ ਪਟਵਾਰੀਆਂ ਨੇ ਕਦੇ ਹੜਤਾਲ ਕਰਨ ਦਾ ਹੀਆ ਨਹੀਂ ਕੀਤਾ। ਠੀਕ ਹੈ। ਹੁਣ ਜਦੋਂ ਕੋਈ ਫੜਿਆ ਜਾਂਦਾ ਉਦੋਂ ਹੜਤਾਲ ਕਰਦੇ। ਅਸੀਂ ਸਾਰੇ ਪਟਵਾਰੀਆਂ ਨੂੰ ਬੇਈਮਾਨ ਨਹੀਂ ਕਹਿੰਦੇ, ਅਸੀਂ ਸਾਰੇ ਮਾਲ ਅਫਸਰਾਂ ਨੂੰ ਬੇਈਮਾਨ ਨਹੀਂ ਕਹਿੰਦੇ, ਤਹਿਸੀਲਦਾਰਾਂ ਨੂੰ ਨਹੀਂ ਕਹਿੰਦੇ, ਉਹਨਾਂ 'ਚ ਬੜੇ ਚੰਗੇ ਬੰਦੇ ਵੀ ਹੈਗੇ, ਸਾਰਾ ਕੁਛ ਹੈ। ਪਰ ਚੋਰੀ ਤੇ ਸੀਨਾ ਜੋਰੀ ਜੀ, ਇਹ 2 ਚੀਜ਼ਾਂ ਬਰਾਬਰ ਨਹੀਂ ਚੱਲਦੀਆਂ। ਜੇ ਤੁਸੀਂ ਇਹ ਗੱਲ ਕਹੋ ਕਿ ਨਾਲੇ ਤਾਂ ਮਲਾਈਦਾਰ ਆ, ਉਹਦੇ ਤੇ ਲੱਗਣ ਵਾਸਤੇ ਤੁਸੀਂ ਸਿਫਾਰਿਸ਼ਾਂ ਪਾਉਣੇ ਹੋ, MLA ਦੇ ਮਗਰ ਭੱਜਦੇ ਫਿਰਦੇ ਹੋ। ਮੇਰਾ ਖਿਆਲ ਹੈ 2-4 ਬੰਦਿਆਂ ਨੇ ਤਾਂ ਤੁਹਾਨੂੰ ਵੀ ਕਿਹਾ ਹੋਣਾ, ਮੈਨੂੰ ਵੀ ਇੱਕ ਦੁਆ ਨੇ ਕਿਹਾ ਜੀ ਸਾਨੂੰ ਲਵਾ ਦਿਓ। ਸਾਹਿਬ ਗੱਲ ਸੁਣੋ, ਮੈਂ ਇੱਥੇ ਹੀ ਗੱਲ ਕਰਾਉਣਾ। ਲੁਧਿਆਣੇ ਦਾ ਗਿੱਲ ਜੀ, 2 ਪਟਵਾਰੀ ਸੀ ਜਿਹੜੇ CM ਲਾਉਂਦਾ ਹੈ ਜੀ।
ਜਲੰਧਰ ਦੇ, ਅੰਮ੍ਰਿਤਸਰ ਦੇ, ਬਠਿੰਡੇ ਦੀ ਮਹਿਣਾ ਪੱਤੀ ਬਿਲਕੁਲ ਮਾੜਾ ਪਟਵਾਰੀ ਨਹੀਂ ਲੱਗ ਸਕਦਾ। ਨਹੀਂ ਲੱਗ ਸਕਦਾ। ਇਹ ਠੇਕਾ ਇਹਦਾ ਟੈਂਡਰ ਬਹੁਤ ਵੱਡਾ ਹੈ। ਟੈਂਡਰ ਬੜਾ ਵੱਡਾ ਹੈ। ਹਾਂ। ਹੁਣ ਜਿਹੜਾ ਗਿੱਲ ਪਟਵਾਰੀ ਲੱਗਦਾ ਸੀ ਬੇਅੰਤ ਸਿੰਘ ਵੇਲੇ, ਮੈਂ ਦੇਖਿਆ ਆਪ ਵੀ ਬੇਅੰਤ ਸਿੰਘ ਦਾ ਰਾਈਟ ਹੈਂਡ ਲੱਗਦਾ ਸੀ। ਬਿਲਕੁਲ ਬਿਲਕੁਲ ਹੈ ਜੀ। ਜੇ ਜਿੱਥੇ ਚੀਫ ਮਿਨਿਸਟਰ ਦੀ ਸਿੱਧੀ ਇਨਵੋਲਵਮੈਂਟ ਹੋਵੇ ਪਟਵਾਰੀਆਂ ਨੂੰ ਲਾਉਣ ਦੀ, ਤਾਂ ਫਿਰ ਤੁਸੀਂ ਸਮਝ ਲਓ। ਉਹੀ ਹੈ ਨਾ, ਉਹ ਤਾਂ ਇੱਕ ਕਹਾਵਤ ਹੈ ਨਾ ਆਪਣੀ, ਕੀ ਫਲਾਨੇ ਘਰਿੰਡੇ ਲੱਗੇ। ਨਹੀਂ ਘਰਿੰਡਾ ਤਾਂ ਚਲੋ SHO ਲੱਗਦੇ ਹੁੰਦੇ ਸੀ। ਇੱਕ ਕਹਾਵਤ ਹੈ ਵੀ ਇੱਕ ਵਾਰੀ ਕੀ ਹੋਇਆ, ਕਹਿੰਦੇ ਵੀ ਇੱਕ ਥਾਂ ਤੇ DC ਦਾ ਘਰ ਵੀ ਸੀ ਤੇ ਸਾਹਮਣੇ ਨਾਲ ਜਿਹੜਾ ਨੇੜੇ ਪਟਵਾਰੀ ਦਾ ਘਰ ਸੀ ਜੀ। ਪਟਵਾਰੀ ਦੇ ਜਵਾਕ ਜਦੋਂ ਬਾਹਰ ਨਿਕਲਿਆ ਕਰਨ ਜੀ, ਕਿਸੇ ਦੇ ਹੱਥ ਦੇ ਵਿੱਚ ਖੋਏ ਦੀ ਪਿੰਨੀ ਹੈ, ਕਿਸੇ ਦੇ ਹੱਥ 'ਚ ਗੰਨਾ ਹੈ, ਕੋਈ ਕੀ ਹੈ, ਤੇ ਖੇਡਦੇ ਤੁਰੇ ਫਿਰਿਆ ਕਰਨ ਤੇ DC ਦੇ ਜਵਾਕ ਝਾਕਿਆ ਕਰਨ। DC ਵਿਚਾਰਾ ਇਮਾਨਦਾਰ ਸੀ। ਉਹ ਦੇਖੀ ਜਾਇਆ ਕਰਨ ਵੀ ਕੀ ਗੱਲ ਵੀ ਕੀ ਵੀ ਆ ਇੰਨਾ ਕੁਛ ਆਉਂਦਾ ਪਟਵਾਰੀ ਦੇ, ਤੇ DC ਦੀ ਵਾਈਫ ਹੈ ਜਿਹੜੀ, ਉਹ ਵੀ ਭਲੀ ਮਾਨਸ ਸੀ ਜੀ। ਉਹਨੂੰ ਵੀ ਮਤਲਬ ਇਸ ਗੱਲ ਦਾ ਨਹੀਂ ਪਤਾ। ਉਹ ਆਪਣੇ ਪਤੀ ਦੇਵ ਨੂੰ ਜੋ DC ਸਾਹਿਬ ਘਰ ਆਏ, ਪੁਰਾਣੇ ਜ਼ਮਾਨੇ ਦੀ ਗੱਲ ਹੈ, ਉਹ ਕਹਿੰਦੀ ਜੀ ਆਪਾਂ ਪਟਵਾਰੀ ਕਦੋਂ ਬਣਾਂਗੇ। ਉਹਦਾ ਭਗਵਾਨ ਨੇ, ਮੈਂ ਸਾਰੇ ਜ਼ਿਲ੍ਹੇ ਦੇ ਪਟਵਾਰੀਆਂ ਦਾ ਹੈਡ ਹਾਂ ਜੀ, ਸਾਰੇ ਪਟਵਾਰੀ ਮੇਰੇ ਮਤਹਿਤ ਹੈ, ਤੇ ਤੂੰ ਮੈਨੂੰ ਕਹਿੰਦੀ ਮੈਂ ਪਟਵਾਰੀ ਕਿਵੇਂ ਬਣ ਜਾਣਾ, ਮੈਂ DC ਹਾਂ ਸਾਰੇ ਪਟਵਾਰੀ ਤਾਂ ਨੱਚਦੇ ਆ ਮੇਰੇ ਤੇ। ਕਹਿੰਦੀ ਜੀ ਗੱਲ ਬਣੀ ਨਹੀਂ। ਕਹਿੰਦੀ ਕਿਉਂ ਨਹੀਂ। ਕਹਿੰਦੀ ਪਟਵਾਰੀ ਤਾਂ ਤਾਕਤੀ ਵਾਲੀ ਹੈ ਤੁਹਾਡੇ ਨਾਲੋਂ। ਬਿਲਕੁਲ। ਉਹ ਕਹਿੰਦੇ ਮੇਰੇ ਨਾਲ ਤਾਕਤ ਉਹਦੀ ਕਿਵੇਂ ਵਾਲੀ ਹੈ। ਉਹ ਕਹਿੰਦੇ ਵੀ ਆਪਣੇ ਜਵਾਕ ਤਾਂ ਕਦੇ ਜਿਹੜੇ ਹੈਗੇ ਆ ਮਾੜੀਆਂ ਮੋਟੀਆਂ ਟੌਫੀਆਂ ਟੂਫੀਆਂ ਜੀਆਂ ਲਿਆ ਉਹ ਖਾਂਦੇ ਆ, ਤੇ ਉਹ ਤਾਂ ਮਰੂਡੇ ਖਾਂਦੇ ਆ, ਕਦੇ ਖੋਏ ਦੀਆਂ ਬਰਫੀਆਂ ਖਾਂਦੇ ਆ, ਕਦੇ ਕੁਛ ਖਾਂਦੇ ਆ, ਕਦੇ ਕੁਛ ਖਾਂਦੇ ਆ। ਤੇ ਇਹ ਗੱਲ ਹੈ ਵੀ ਗੱਲ ਬਣਦੀ ਨਹੀਂ, ਪਟਵਾਰੀ ਵੱਡਾ ਹੁੰਦਾ ਹੈ। ਔਰ ਦਾਨੇ ਵਾਲੀਆ ਸਾਹਿਬ ਇਹ ਵੀ ਹੈ, ਫਿਲਮ ਵੀ ਬਣ ਗਈ। ਇੱਕ ਬੇਦੀ ਸਾਹਿਬ ਹੁੰਦੇ ਸੀ, ਬੇਦੀ ਸਾਹਿਬ ਫਾਜ਼ਿਲਕਾ ਦੇ ਇਲਾਕੇ ਦੇ, ਗੁਰੂ ਹਰਸਾਹਿਬ ਦੇ ਇਲਾਕੇ ਦੇ ਬੇਦੀ ਸੀ। ਉਹ ਮੇਰੇ ਖਿਆਲ ਮੁਤਾਬਕ ਕਮਿਸ਼ਨਰ ਹੁੰਦੇ ਸੀ, ਪੁਰਾਣੇ ਕਮਿਸ਼ਨਰ ਸੀ ਉਹ। ਔਰ ਉਹਨਾਂ ਦੇ ਕੋਲੇ ਬੜੀ ਮੋਟੀ ਜਾਇਦਾਦ ਸੀ ਜੀ। ਕਹਿੰਦੇ ਜੀ ਹਰ ਸਾਲ ਉਹ ਮਤਲਬ ਜਿਹੜੀ ਹੈਗੀ ਹੈ, ਹਰ ਸਾਲ ਜਦੋਂ ਹਾੜੀ ਆਉਂਦੀ ਉਦੋਂ ਆਪਦੇ ਪਿੰਡ ਦੇ ਪਟਵਾਰੀ ਨੂੰ ਜਿਹੜਾ ਉਹਨਾਂ ਦਾ ਦੇਖਦਾ ਹੁੰਦਾ ਸੀ, ਉਹਨੂੰ ਸਾਈਕਲ ਦੇ ਜਿਹੜਾ ਦਿੰਦੇ ਹੁੰਦੇ ਸੀ ਜੀ, ਗਿਫਟ ਕਰਦੇ ਹੁੰਦੇ ਸੀ। ਸਾਈਕਲ ਗਿਫਟ ਕਰਦੇ, ਆਮ ਤੌਰ ਤੇ ਤਾਂ ਫਸਲਾਨਾ ਦਿੰਦੇ ਨਾ ਆਪਾਂ, ਉਹ ਫਿਰ ਵੱਡਾ ਦੇ ਦਿੰਦੇ। ਉਹ ਫਿਰ ਸਾਈਕਲ ਬੇਸਿਕਲੀ ਕਿਸੇ ਵੇਲੇ ਕਿਸੇ ਨੇ ਸੱਜਣ ਨੇ ਪੁੱਛ ਲਿਆ, ਉਹ ਕਹਿੰਦੇ ਜੀ ਤੁਸੀਂ ਕਮਿਸ਼ਨਰ ਸਾਹਿਬ ਆ ਬੇਦੀ ਸਾਹਿਬ ਆ ਕੰਮ ਕਿਉਂ ਕਰੀ ਜਾਂਦੇ ਹੋ। ਕਹਿੰਦੇ ਜੀ ਇਹ ਪਟਵਾਰੀ ਇਹਦਾ ਪੱਟਿਆ ਤਾਬੇ ਨਹੀਂ ਹੁੰਦਾ। ਕਹਿੰਦੇ ਇਹ ਰੱਬ ਨੂੰ ਪਾੜ ਕੇ ਨਾ, ਤੇ ਉਹਦੇ ਪਹਿਲਾਂ ਰੱਬ ਨੂੰ ਇਹ ਪਾੜਦੇ ਤੇ ਫਿਰ ਉਹ 'ਚ ਟਾਕੀਆਂ ਵੀ ਲਾ ਦਿੰਦੇ। ਆਪਣੀ ਜ਼ਮੀਨ ਜਾਇਦਾਦ ਭਰਾਵਾ ਮੇਰੀ ਕਮਿਸ਼ਨਰੀ ਉੱਪਰ ਰਹਿ ਜਾਣੀ ਹੈ, ਜੋ ਪਟਵਾਰੀ ਕਰ ਸਕਦਾ ਉਹ ਨਹੀਂ। ਤੇ ਅਗਲੀ ਗੱਲ ਇੱਕ ਹੋਰ ਸੁਣਾਉਣਾ ਜੀ। ਕਹਿੰਦੇ ਮਹਾਰਾਜਾ ਯਾਦਵਿੰਦਰ ਸਿੰਘ 47 ਚ ਜਦੋਂ ਮੁਲਕ ਆਜ਼ਾਦ ਹੋ ਗਿਆ, ਸਟੇਟਾਂ ਨੂੰ ਛੱਡਤਾ ਸੀ ਅੰਗਰੇਜ਼ਾਂ ਨੇ ਕਿ ਭਾਈ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ, ਜੇ ਆਜ਼ਾਦ ਰਹਿਣਾ ਤਾਂ ਆਜ਼ਾਦ ਰਹਿ ਪਓ, ਜਿਹਨੇ ਪਾਕਿਸਤਾਨ ਜਾਣਾ ਪਾਕਿਸਤਾਨ ਚਲੇ ਜਾਓ, ਜਿਹਨੇ ਭਾਰਤ 'ਚ ਰਹਿਣਾ ਭਾਰਤ 'ਚ ਰਹਿ ਪਓ, ਜਿਹਨੇ ਆਜ਼ਾਦ ਰਹਿਣਾ ਆਜ਼ਾਦ ਰਹਿ ਪਓ। ਉਹਨਾਂ ਦਿਨਾਂ ਦੇ ਵਿੱਚ ਇਹ ਯਾਦਵਿੰਦਰ ਸਿੰਘ ਜਿਹੜੀ ਪ੍ਰਿੰਸੈਸ ਐਸੋਸੀਏਸ਼ਨ ਹੁੰਦੀ ਸੀ, ਉਹਨਾਂ ਦਾ ਪ੍ਰਧਾਨ ਸੀ। ਸਾਰੇ ਰਾਜਿਆਂ ਦੇ ਰਜਵਾੜਿਆਂ ਦਾ ਪ੍ਰਧਾਨ ਸੀ, ਹਾਂ, ਪ੍ਰਿੰਸਲੀ ਸਟੇਟਾਂ ਦਾ ਪ੍ਰਧਾਨ ਸੀ। ਔਰ ਇਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਕਿੱਧਰ ਨੂੰ ਜਾਣੀਏ, ਤੇ ਸਿਆਣੇ ਆ ਇਹ ਖਰ ਪਟਿਆਲੇ ਵਾਲੇ, ਇਹ ਕਦੇ ਹਕੂਮਤ ਦੇ ਖਿਲਾਫ ਨਹੀਂ ਜਾਂਦੇ ਹੁੰਦੇ। ਇਹ ਕਹਿੰਦੇ ਜੀ ਆਪਾਂ ਤਾਂ ਫਿਰ ਭਾਰਤ ਨਾਲ ਹੀ ਲੱਗ ਜਾਣੀ। ਰੈਜੂਲੇਸ਼ਨ ਪਾਤਾ ਜੀ ਭਾਰਤ ਨਾਲ ਰਲਣ ਦਾ, ਸਭ ਤੋਂ ਪਹਿਲਾਂ ਇਹਨਾਂ ਦਾ ਹੀ ਪਾਇਆ ਸੀ। ਇਹੀ ਕਾਰਨ ਸੀ ਕਿ ਪੈਪਸੂ ਦੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਬਣਾਇਆ ਸੀ, ਕੈਪਟਨ ਅਮਰਿੰਦਰ ਸਿੰਘ ਦੇ ਬਾਪ ਨੂੰ। ਪਰ ਉਸ ਤੋਂ ਬਾਅਦ ਕਹਿੰਦੇ ਵੀ ਕਹਾਵਤ ਚੱਲਦੀ ਹੈ, ਮੈਨੂੰ ਨਹੀਂ ਪਤਾ ਵੀ ਸੱਚਾਈ ਕਿੰਨੀ ਕੁ ਹੈ। ਕਹਿੰਦੇ ਵੀ ਉਹਨਾਂ ਨੇ ਵੇਖਿਆ ਵੀ ਆਪਣੇ ਨਾਲ ਪ੍ਰਾਈਵੇਟ ਪ੍ਰਾਪਰਟੀ ਕਿੰਨੀ ਕੁ, ਸਟੇਟ ਦੀ ਪ੍ਰਾਪਰਟੀ ਤਾਂ ਸਾਰੇ ਉਹ ਤਾਂ ਕੌਮੀ ਪ੍ਰਾਪਰਟੀ ਹੈ, ਵੀ ਆਪਣੇ ਨਾਲ ਪ੍ਰਾਈਵੇਟ ਪ੍ਰਾਪਰਟੀ ਕਿੰਨੀ। ਕਹਿੰਦੇ ਜੀ ਪ੍ਰਾਈਵੇਟ ਪ੍ਰਾਪਰਟੀ ਤਾਂ ਹੈ ਨਹੀਂ। ਉਹ ਕਹਿੰਦੇ ਜੀ ਐਂ ਕਰੋ, ਫਿਰ ਕਰੋ ਗੱਲ ਉਹਨਾਂ ਨਾਲ, ਤਹਿਸੀਲਦਾਰ ਨਾਲ, ਤੇ ਵੀ ਸਾਡੇ ਨਾਂ ਕਰ ਦਿਓ। ਤਹਿਸੀਲਦਾਰ ਨੇ ਕਹਿੰਦਾ ਜੀ ਮੈਂ ਕਿਵੇਂ ਕਰ ਦਿਆਂ, ਜਦੋਂ ਕੋਈ ਪਿਆਦਾ ਭੇਜਿਆ, ਹਿਲਕਾਰ ਭੇਜਿਆ, ਪਤਾ ਲੱਗ ਗਿਆ ਉਹਨੂੰ ਮੁਲਕ ਆਜ਼ਾਦ ਹੋ ਗਿਆ, ਰਾਜੇ ਹੁਣ ਰਹੇ ਨਹੀਂ। ਤੁਹਾਡੇ ਵਰਗੇ ਸਿਆਣੇ ਬੰਦੇ ਨੇ ਕਿਹਾ, ਉਹ ਕਹਿੰਦੇ ਵੀ ਮਹਾਰਾਜ ਸਾਹਿਬ ਇਹ ਕੰਮ ਤੁਸੀਂ ਪਟਵਾਰੀ ਤੇ ਛੱਡੋ, ਪਟਵਾਰੀ ਨੂੰ ਬੁਲਾਓ। ਬੁਲਾ ਲਿਆ ਜੀ। ਕਹਿੰਦੇ ਪਟਵਾਰੀ ਆ ਗਿਆ, ਤੇ ਪਟਵਾਰੀ ਦੇ ਮੂੰਹ ਦੇ ਵਿੱਚ ਦੱਬ ਲਈ, ਗਲ 'ਚ ਪੱਲੂ ਪਾਇਆ ਵਾ, ਵੀ ਹੁਕਮ ਕਰੋ, ਵੀ ਹਜੂਰ ਸਰਕਾਰ ਪੇਸ਼ ਆ, ਹੁਕਮ ਕਰੋ। ਕਹਿੰਦੇ ਪਟਵਾਰੀ ਸਾਹਿਬ ਮੁਲਕ ਤਾਂ ਹੋ ਗਿਆ ਆਜ਼ਾਦ, ਤੇ ਆਪਣੇ ਨਾਲ ਤਾਂ ਜਾਇਦਾਦ ਹੀ ਹੈ ਨਹੀਂ, ਤੇ ਜਾਇਦਾਦ ਦਾ ਕਿਵੇਂ ਕਰੀਏ। ਕਹਿੰਦਾ ਜੀ ਕਰ ਦਿੰਦੇ ਆ। ਕਹਿੰਦਾ ਵੀ ਕਿਵੇਂ ਕਰੇਗਾ। ਕਹਿੰਦਾ ਜੀ ਕਰ ਦਿੰਦੇ, ਗੱਲ ਕੀ ਹੈ। ਕਹਿੰਦਾ ਮੈਂ ਤਾਂ ਕਰਪਟ ਪਾਉਣੀ ਹੈ, ਤੁਸੀਂ ਲਕੀਰ ਮਾਰ ਦਿਓ ਵੀ ਆਹ ਚਾਹੀਦਾ, ਉਹਦੇ 'ਚ ਪਾ ਦੇਣਾ ਵੀ ਮਾਲਕੀ ਦਾ ਜਿਹੜਾ ਮਾਲਕੀ ਵਾਲਾ ਹੈ ਵੀ ਯਾਦ ਬਿੰਦਰਾ ਪੁੱਤਰ ਭੁਪਿੰਦਰਾ ਜੱਟ ਸਾਕਣ ਮਹਾਰਾਜ, ਤੇ ਬਾਕੀ ਕਹਿੰਦੇ ਤਹਿਸੀਲਦਾਰ ਤੋਂ ਤਸਦੀਕ ਕਰਾ ਲਿਓ। ਉਹ ਕਹਿੰਦੇ ਤੂੰ ਪਾ ਕਰਾਂ, ਬਾਕੀ ਕੰਮ ਤਾਂ ਹੋ ਹੀ ਜਾਣਾ। ਤੇ ਫਿਰ ਤਹਿਸੀਲਦਾਰ ਨੇ ਕਰਨਾ ਸੀਗਾ। ਕਹਿੰਦੇ ਇਸ ਤਰ੍ਹਾਂ ਪ੍ਰਾਪਰਟੀਆਂ ਬਚਾਉਣ ਵਾਲੀ ਗੱਲ ਹੈ। ਸੋ ਇਹ ਜਿਹੜਾ ਮਹਿਕਮਾ ਮਾਲ ਹੈ ਨਾ, ਕੋਈ ਛੋਟੀ ਗੱਲ ਨਹੀਂ, ਵੱਡੀ ਗੱਲ ਹੈ। ਢਿੱਲੋਂ ਸਾਹਿਬ ਮੈਂ ਤਾਂ ਦੱਸਦਾ ਇਹਦੇ ਫਿਰ ਜਲ ਸ਼ੁਗਲਾ ਚੱਲ ਪਿਆ, ਇੱਕ ਫਿਲਮ ਬਣੀ ਹੈ ਅਫਸਰ, ਉਹ ਮੁੰਡਾ ਕਾਨੂੰਗੋ ਭਰਤੀ ਹੋ ਜਾਂਦਾ,
ਤੇ ਉੱਥੇ ਪਿੰਡ ਜੋ ਜਾਂਦਾ ਉਹ ਕੁੜੀ ਦੇਖਣ ਜਾਂਦੇ ਆ, ਕੁੜੀ ਮਾਸਟਰ ਨਹੀਂ ਲੱਗੀ ਹੁੰਦੀ ਹੈ। ਦੇਖੋ ਪੜ੍ਹੀ ਲਿਖੀ ਕੁੜੀ ਵੀ ਕਹਿੰਦੀ ਹੈ ਮੈਂ ਤਾਂ ਪਟਵਾਰੀ ਨਾਲ ਵਿਆਹ ਕਰਾਉਣਾ ਤੇ ਜਿਹੜਾ ਕੁੜੀ ਦਾ ਪਿਓ ਹੁੰਦਾ ਉਹ ਜਿਹੜਾ ਪਟਵਾਰੀ ਉੱਥੇ ਬੈਠਾ ਹੁੰਦਾ ਆ ਕੇ ਕਾਨੂੰ ਕੋਲੋਂ ਕਹਿੰਦਾ ਜਾ ਯਾਰ, ਕਹਿੰਦਾ ਤੇਰੇ ਪੱਲੇ ਕੀ ਹੈ, ਕਹਿੰਦਾ ਮੈਂ ਅਫਸਰ ਹਾਂ, ਕਹਿੰਦਾ ਹੋਏਗਾ ਪਰ ਟੌਰ ਪਟਵਾਰੀ ਜਿੰਨੀ ਹੈ ਨਹੀਂ। ਟੌਰ ਪਟਵਾਰੀ ਜਿੰਨੀ ਨਹੀਂ। ਉਹ ਫਿਰ ਇਹੀ ਗੱਲ ਹੈ ਨਾ, ਹੁਣ ਉਹ ਇਹ ਸਾਰਾ ਕੁਝ ਕਰ ਰਹੇ, ਉਹਨੇ ਮਾਲ ਮਹਿਕਮੇ ਦੇ ਅਫਸਰਾਂ, ਮਲਾਈ ਖਾਣੇ ਵਾਲੇ ਮਹਿਕਮੇ, ਇਹਨਾਂ ਮਹਿਕਮੇ ਨੂੰ ਜਦੋਂ ਇੱਕ ਵਾਰੀ ਉਹਨੇ ਕਹਿਤਾ ਵੀ ਭਾਈ ਬੰਦੇ ਦੇ ਬਣ ਜਾਓ ਪੁੱਤ ਤੇ ਤੁਸੀਂ ਹਾਜ਼ਰ ਹੋ ਜਾਓ, ਤੇ ਨਾਲ ਪਲੋਸ ਵੀ ਲਿਆ ਥੋੜਾ ਜਿਹਾ ਜੀ ਪਲੋਸਿਆ। ਇਹ ਕਿ ਕੱਲ ਨਰਿੰਦਰ ਧਾਲੀਵਾਲ ਨੂੰ ਜਦੋਂ ਕੀਤਾ ਪੇਸ਼ ਲੁਧਿਆਣੇ ਕੋਰਟ 'ਚ, ਉੱਥੋਂ ਜੇ ਚਾਹੁੰਦੀ ਵਿਜੀਲੈਂਸ ਚੱਕ ਸਕਦੇ, ਉਹਨਾਂ ਨੇ ਚਾਹੁੰਦੀ ਉਹ ਪੇਸ਼ ਕੀਤਾ ਤਾਂ ਕਸਟਡੀ 'ਚ ਹੀ ਹੈ, ਉਹਦੀ ਦਾ ਰਿਮਾਂਡ ਹੋਰ ਲੈ ਸਕਦੇ ਸੀ। ਆਹੋ ਨਹੀਂ ਲਿਆ, ਜੇਲ੍ਹ ਛੱਡਿਆ ਇਹਨਾਂ ਨਹੀਂ ਜਾ ਕੇ ਕਹਿਤਾ, ਬਿਆਨ ਦਿੱਤਾ ਸਰਕਾਰੀ ਵਕੀਲ ਨੇ, ਅੱਛਾ ਕਿ ਜੀ ਸਾਨੂੰ ਇਹਦੀ ਕੋਈ ਲੋੜ ਨਹੀਂ, ਅਸੀਂ ਤਾਂ ਕੀ ਕਰਾਂਗੇ, ਸਾਡਾ ਸਰ ਗਿਆ ਕੰਮ, ਜਿਹੜਾ ਕੁਛ ਪੁੱਛਗਿੱਛ ਕਰਨੀ ਸੀ ਕਰ ਲਈ। ਨਹੀਂ ਤਾਂ ਤੁਹਾਨੂੰ ਪਤਾ ਵੀ ਕਈ ਦਿਨ ਨਾ ਜਿਹੜੇ ਫੀਤੇ ਲੱਗ ਕੇ ਤੁਰੇ ਫਿਰਦੇ ਵੀ 10 ਭਾਈ ਕਿੱਥੇ ਕੀ ਹੈ। ਅਸਲ ਦੇ ਵਿੱਚ ਉਦੋਂ ਇਹ ਸੀਗਾ ਵੀ ਬਰਿਆ ਵੀ ਲਓ ਤੇ ਦਬਕਾੜਾ ਵੀ ਮਾਰ ਦਿਓ ਜੀ, ਤੇ ਉਹ ਕੰਮ ਫਿਰ ਕਰ ਗਿਆ। ਅੱਜ 2 ਵਜੇ ਤੱਕ ਦਾ ਟਾਈਮ ਸੀ ਜੀ, ਤੇ ਸਦੇਹਾ ਹੀ ਚਲੇ ਗਏ ਸੀ ਚੰਡੀਗੜ੍ਹ। ਅੱਛਾ ਜੀ। ਜਾ ਕੇ ਫਿਰ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਵਾਲੇ ਆ, ਕਹਿੰਦੇ ਜੀ ਉਹਦੇ ਕੋਲੇ ਆਪਣੇ ਸੀਐਮ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਬੇਨੂ ਪ੍ਰਸ਼ਾਦ ਜੀ, ਉਹਨਾਂ ਕੋਲ ਚਲੇ ਗਏ, ਜਾ ਕੇ ਗੱਲਾਂ ਬਾਤਾਂ ਕੀਤੀਆਂ, ਫਿਰ ਪ੍ਰੈਸ ਕਾਨਫਰੰਸ ਕਰਤੀ। ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਜੀ ਅਸੀਂ ਆਪਦਾ ਅਲਟੀਮੇਟਮ ਵਾਪਸ ਲੈ ਲਿਆ। ਅੱਛਾ, ਇਹਨੂੰ ਹੜਤਾਲ ਤਾਂ ਨਹੀਂ ਆਪਾਂ ਕਹਿ ਸਕਦੇ, ਛੁੱਟੀ ਤੇ ਸੀ, ਪਰ ਛੁੱਟੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਉਹਨਾਂ ਨੇ ਵੀ ਜਿਹੜੀ ਪ੍ਰਬੰਧ ਛੁੱਟੀ ਹੈ ਨਹੀਂ, ਸਮੂਹਿਕ ਛੁੱਟੀ ਹੈ। ਤੇ ਬਾਅਦ ਦੇ ਵਿੱਚ ਫਿਰ ਬੇਨੂ ਪ੍ਰਸ਼ਾਦ ਹੋਰਾਂ ਨੇ ਜਿਹੜੀ ਗੱਲ ਕਹੀ, ਉਹ ਕਹਿੰਦੇ ਪੱਤਰਕਾਰਾਂ ਨੇ ਸਵਾਲ ਵੀ ਕੀਤੇ ਵੀ ਦੱਸੋ ਕੀ ਹੈ, ਉਹ ਕਹਿੰਦੇ ਵੀ ਜ਼ੀਰੋ ਟੋਲਰੈਂਸ ਕਰਪਸ਼ਨ ਦੇ ਪ੍ਰਤੀ, ਤਾਂ ਅਸੀਂ ਇਹਦਾ ਮੁਹਿੰਮ ਚੱਲੂਗੀ। ਇੱਕ ਦੂਜਾ ਉਹ ਕਹਿੰਦੇ ਜੀ ਕੋਈ ਕੇਸ ਕੂਸ ਵਾਪਸ ਲਾਉਂਗੇ, ਕਹਿੰਦੇ ਵੀ 9 ਤਾਰੀਖ ਨੂੰ ਇਹ ਮਿਲੇ ਸੀ ਚੀਫ ਮਿਨਿਸਟਰ ਸਾਹਿਬ ਨੂੰ। ਉਹ ਦਿਨ ਚੀਫ ਮਿਨਿਸਟਰ ਸਾਹਿਬ ਨੇ ਕਹਿਤਾ ਸੀ ਬੇਇਨਸਾਫੀ ਕਿਸੇ ਨਾਲ ਨਹੀਂ ਹੁੰਦੀ ਜੀ, ਅਕਾਰਡਿੰਗ ਟੂ ਲਾ ਹੋਊਗਾ, ਇਹ ਅਗਲੇ ਹਫ਼ਤੇ 10 ਦਿਨਾਂ ਦੇ ਵਿੱਚ ਸੀਐਮ ਸਾਹਿਬ ਨੇ ਦੇਖਣਾ ਹੈ। ਉਹਨਾਂ ਨੇ ਪੜਤਾਲ ਕਰਵਾ ਲੈਣੀ ਹੈ, ਪੜਤਾਲ ਦੇ ਵਿੱਚ ਜੋ ਕੁਝ ਹੋਇਆ ਤੇ ਉਹਦੇ ਮੁਤਾਬਕ ਆਪਾਂ ਕਰ ਦਿਆਂਗੇ ਜੀ। ਉਹ ਤੋਂ ਪਹਿਲਾਂ ਦਾਨੇਵਾਲੀਆ ਸਾਹਿਬ ਜਿਹੜੀ ਬੜੀ ਹੋਈ ਅੱਜ ਐਕਸਰਸਾਈਜ਼ ਬੜੀ ਹੋਈ, ਚੀਫ ਸੈਕਟਰੀ ਨੇ ਉਹਨੂੰ ਕਿਹਾ ਸੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਭਾਈ ਤੁਸੀਂ ਜਿਹੜੀ ਹੈਗੀ ਸਾਰੀ ਦਿਓ ਰਿਪੋਰਟ ਬਣਾ ਕੇ। ਕੱਲ ਸ਼ਾਮ ਤੱਕ ਰਿਪੋਰਟ ਨਹੀਂ ਸੀ ਪਹੁੰਚੀ। ਅੱਜ ਜਦੋਂ ਚੀਫ ਸੈਕਟਰੀ ਸੀਗਾ ਤੇ ਉੱਥੇ ਜੀ ਕਹਿੰਦੇ ਵਰਿੰਦਰ ਕੁਮਾਰ ਹੁਣੀ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਜੀ, ਲੈ ਕੇ ਸਾਰੀਆਂ ਫਾਈਲਾਂ ਤੇ ਲੈ ਕੇ ਆਪਦੀ ਟੀਮ ਪਹੁੰਚ ਗਏ ਉੱਥੇ। ਅੱਛਾ ਜੀ, ਬਈ ਆਹ ਪਿਆ ਜੀ ਸਾਰਾ ਕੁਝ, ਦੇਖੋ ਕੱਢੋ ਇਹਦੇ ਚੋਂ ਕੀ ਕੱਢਣਾ। ਹੁਣ ਅਗਲੀ ਗੱਲ ਕੀ ਹੈ ਕਿ ਇੱਥੇ ਇਹ ਫਰਕ ਵੀ ਹੈਗਾ, ਜਿਹੜੀ IAS ਤੇ IPS ਲੌਬੀ ਹੈ, PCS ਲੌਬੀ ਹੈ, ਇਹਦੇ ਵਿੱਚ ਆਪਸੀ ਡਿਫਰੈਂਸਿਸ ਵੀ ਖੜੇ ਹੋ ਗਏ ਬਹੁਤ। ਉਹਦਾ ਕਾਰਨ ਇਹ ਸੀਗਾ ਕਿ ਜਿਹੜੇ PCS ਦੇ ਵਿੱਚ ਕੁਝ ਸਿਆਣੇ ਬੰਦੇ ਸੀ, ਉਹ ਕਹਿੰਦੇ ਵੀ ਆਪਾਂ ਨੂੰ ਇਹ ਇਸਤੇਮਾਲ ਕਰ ਲੈਂਦੇ ਜੀ, ਆਪਾਂ ਇਹਨਾਂ ਦੇ ਮਗਰ ਕਿਉਂ ਇਸਤੇਮਾਲ ਹੁੰਦੇ। ਹੁਣ ਤੁਸੀਂ ਦੇਖੋ ਕਿ ਪਹਿਲਾਂ ਪ੍ਰੋਟੈਸਟ ਕਰਤਾ ਜੀ ਇਹਨਾਂ ਨੇ ਜੀ, ਅਸੀਂ ਇਕੱਠੇ ਹੋ ਕੇ ਨੀਲਮਾ ਦੇ ਹੱਕ ਵਿੱਚ ਸਾਰੇ IAS ਖੜੇ ਹੋ ਗਏ ਜੀ, ਉਹਨਾਂ ਨੇ 5 ਦਿਨਾਂ ਦੀ ਛੁੱਟੀ ਲੈ ਲਈ, ਮਗਰੇ ਤਹਿਸੀਲਦਾਰਾਂ ਨੇ ਛੁੱਟੀ ਲੈ ਲਈ, ਉਹ ਤੋਂ ਬਾਅਦ ਹੀ ਪਟਵਾਰੀਆਂ ਸਾਰੇ ਨੇ ਲੈ ਲਿਆ। ਕੱਲ ਉਹਨਾਂ ਨੇ ਐਕਸਾਈਜ਼ ਐਂਡ ਟੈਕਸੇਸ ਵਾਲੇ ਵੀ ਚਲੇ ਗਏ। ਇਹ ਜੋ ਸਾਰੇ ਕੁਝ ਚਲੇ ਗਏ ਤਾਂ ਉੱਥੇ ਫਿਰ ਉਹਨਾਂ ਨੇ ਸੋਚਣ ਵਾਲੀ ਗੱਲ ਸੋਚੀ ਵੀ ਇਹ ਕਿਉਂਕਿ ਸ਼ੁਰੂਆਤ ਨੀਲਮਾ ਤੋਂ ਇੱਕ IAS ਅਫਸਰ ਤੋਂ ਹੋਈ ਹੈ, ਤੇ ਇਹ IAS ਕੌਣ ਹੈ? ਡਾਇਰੈਕਟ IAS ਹੈ, DC ਰਹਿ ਗਿਆ ਪਠਾਨਕੋਟ, ਪ੍ਰਮੋਟੀ ਨਹੀਂ। ਤੇ ਜਿਹੜੇ ਕਹਿੰਦੇ ਪ੍ਰਮੋਟੀ ਹੈ, ਜਿਵੇਂ ਮਿਸਾਲ ਦੇ ਤੌਰ ਤੇ ਸੰਜੇ ਪੋਪਲੀ, ਕਾਹਨ ਸਿੰਘ ਪੰਨੂ ਦਾ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਜਦੋਂ ਇਹਨਾਂ ਨੂੰ ਵਿਜੀਲੈਂਸ ਵਾਲੇ ਨੇ ਬੁਲਾਇਆ ਜਾਂ ਪਰਚੇ ਦਰਜ ਕੀਤੇ, ਉਦੋਂ ਇਹਨਾਂ ਦੇ ਹੱਕ ਵਿੱਚ IAS ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਬੋਲੇ? ਬਿਲਕੁਲ ਠੀਕ ਹੈ ਨਾ। ਇਹ ਗੱਲ ਕਹਿੰਦੀ ਆਪਾਂ ਇਹਨਾਂ ਦੀ ਖਤਰ ਕਿਉਂ ਵਰਤੀ ਦੇ, ਇਹਨਾਂ ਨੇ ਸਮੂਹਿਕ ਛੁੱਟੀ ਤੇ ਚਲੇ ਗਏ, ਉਹ ਕੰਮ ਵੀ ਕਰੀ ਜਾਂਦੇ। ਉਹ ਕਹਿੰਦੇ ਵੀ ਆਪਾਂ ਇਹਨਾਂ ਦੇ ਮਗਰ ਲੱਗ ਕੇ ਕਿਉਂ ਮਰਨਾ। ਤੇ ਨਾਲ ਦਾਨੇਵਾਲੀਆ ਸਾਹਿਬ ਇੱਕ ਹੋਰ ਹੋਈ ਸੀ, ਜਿਹੜੇ ਮਾਲ ਅਫਸਰ ਹੁੰਦੇ ਹੈ DRO, ਉਹ ਵੀ ਸਾਰੇ ਇਕੱਠੇ ਹੋ ਕੇ ਚਲੇ ਗਏ ਸੀ। ਅੱਛਾ ਜੀ। ਮੁੱਖ ਮੰਤਰੀ ਨਾਲ ਉਹਨਾਂ ਨੇ ਵੀ ਮੀਟਿੰਗ ਗੱਲ ਕੀਤੀ, ਉਹਨਾਂ ਨੇ ਥੋੜਾ ਜਿਹਾ ਗਿਲਾ ਵੀ ਕੀਤਾ ਇਹ ਅਸੀਂ ਆਪਦੀਆਂ ਬੱਗਾਂ ਮੁੱਗਾਂ ਜਿਹੜੀਆਂ ਦਿੰਦੇ ਜੀ, ਸਾਡੀਆਂ ਤਾਂ ਮੰਗਾਂ ਹੀ ਨਹੀਂ ਸੁਣਦੇ। ਉਹ ਕਹਿੰਦੇ ਵੀ ਜਿੰਨੇ ਇੱਕ PCS ਹੈਗੇ SDM ਤੁਸੀਂ ਲਾਏ ਆ, ਜੇ ਹੜਤਾਲ ਕਰਦੇ ਆ, ਸਾਡੀ ਪ੍ਰਮੋਸ਼ਨ ਡਿਊ ਹੈ, ਕਰੋ ਸਾਨੂੰ ਪ੍ਰਮੋਟ ਕਰ ਦਿਓ, ਬਣਾ ਦਿਓ PCS, ਤੇ ਅਸੀਂ ਅੱਜ ਡਿਊਟੀਆਂ ਸੰਭਾਲਣ ਨੂੰ ਤਿਆਰ। ਜਿਹੜੀ ਭਗਵੰਤ ਸਿੰਘ ਮਾਨ ਹੋਰਾਂ ਨੇ ਮਤਲਬ ਉਹਨਾਂ ਨੂੰ ਮਾਰੀ ਹੈ, ਝਿੜਕ ਮਾਰੀ ਹੈ, ਤਬਕਾ ਮਾਰਿਆ ਕਿ ਭਾਈ ਫਿਰ ਸਸਪੈਂਡ ਕਰਾਂਗੇ, ਤਿਆਰ ਹੀ ਸੀ ਉਹਨਾਂ ਕੋਲ ਕੰਮ ਵੀ ਉਹ ਕੋਈ ਅਸੀਂ ਲੈ ਲਾਂਗੇ ਉਹਨਾਂ ਨੂੰ। ਸੋ ਇਹ ਵਧੀਆ ਗੱਲ ਹੈ। ਔਰ ਅਗਲੀ ਗੱਲ ਹੈ ਕਿ ਪੰਜਾਬ ਦੀ ਪਬਲਿਕ ਦਾ ਇਹਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਸਮਰਥਨ ਮਿਲਿਆ ਸਰਕਾਰ ਨੂੰ ਕਿ ਕਰਪਟ ਬੰਦੇ ਆ ਜਿਹੜੇ, ਉਹਨਾਂ ਨੂੰ ਖਿੱਚੋ। ਇਹ ਚੰਗੀ ਗੱਲ ਹੈ ਵੈਸੇ ਇਹਦੇ ਚ ਨਾ, ਜੇ ਜਿੰਨੀ ਦੇਰ ਤੱਕ ਲੋਕ ਜਾਗਰਤ ਨਹੀਂ ਹੁੰਦੇ, ਲੋਕਾਂ ਦੀ ਜਾਗਰੂਕਤਾ ਤੋਂ ਬਗੈਰ ਉਨੀ ਦੇਰ ਇਹ ਮਾਮਲਾ ਸਾਫ਼ ਨਹੀਂ ਹੁੰਦਾ। ਤੇ ਮੇਰੇ ਖਿਆਲ ਮੁਤਾਬਕ ਵੀ ਹੁਣ ਨੀਲਮਾ ਵਾਲਾ ਮਾਮਲਾ ਵੀ ਇਹਨੂੰ ਕਿਹੜੇ ਹਿਸਾਬ ਚ ਲੈਣਗੇ IAS ਅਫਸਰ ਨੂੰ, ਇਹ ਵੇਖਾਂਗੇ ਕੱਲ ਤੱਕ IAS ਅਫਸਰਾਂ ਦਾ ਕੀ ਹੈ।
ਕਿੱਥੇ ਕਿਤੇ ਖੜਦੇ ਆ, ਕਿਉਂਕਿ ਸਟਰੈਂਥ ਹੈ ਜਿਹੜਾ ਪ੍ਰਭਾਵਿਤ ਹੁੰਦਾ ਉਹ PCS ਅਫਸਰਾਂ ਤੋਂ ਹੁੰਦਾ ਬਿਲਕੁਲ। ਸੋ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਵਿਦੇਸ਼ਾਂ 'ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 98775 0758 ਪਲੱਸ 91 ਇੰਡੀਆ ਦਾ ਕੋਡ ਲਾਉਣਾ। WhatsApp ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 98775 0758 DH ਰੀਅਲ ਅਸਟੇਟ। ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੇ ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਦੇ ਉੱਤੇ ਕਿਸੇ ਪ੍ਰਕਾਰ ਦੀ ਵੀ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ +91 ਇੰਡੀਆ ਦਾ ਕੋਡ ਲਾ ਕੇ 9780141741 ਤੇ 97801 41741 ਤੇ ਸੰਪਰਕ ਕਰ ਸਕਦੇ ਹੋ। ਭਾਵੇਂ ਪੰਜਾਬ, ਇੰਗਲੈਂਡ, ਅਮਰੀਕਾ, ਕੈਨੇਡਾ ਜਿੱਥੇ ਵੀ ਬੈਠੇ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਤਾਂ ਤੁਸੀਂ ਆਪਣੀ ਐਡਵਰਟੀਜ਼ਮੈਂਟ ਸਾਡੇ ਨਾਲ ਦੇ ਸਕਦੇ ਹੋ, ਕਿਉਂਕਿ ਰੇਡੀਓ ਪੰਜਾਬ ਟੂਡੇ ਦੇ ਲਿਸਨਰ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਨਾਲ ਬੈਠੇ ਨੇ। ਅਤੇ ਢਿੱਲੋਂ ਸਾਹਿਬ, ਆਪਾਂ ਗੱਲ ਕੀਤੀ ਸੀਗੀ
ਭਾਰਤ ਜੁੜੋ ਯਾਤਰਾ ਰਾਹੁਲ ਦੀ, ਤੇ ਫਿਰ ਕਹਿੰਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੀ ਉਹਨਾਂ ਦੀ ਵੀ ਮੁਲਾਕਾਤ ਹੋਈ ਹੈ। ਬਿਲਕੁਲ ਜੀ, ਇਹ ਸ਼ਾਹਬਾਦ ਹਰਿਆਣਾ 'ਚ। ਹਾਂ ਹਾਂ। ਵੈਸੇ ਥੋੜਾ ਫਰਕ ਜਿਹੜਾ ਰਾਹੁਲ ਦੀ ਭਾਰਤ ਜੋੜੋ ਯਾਤਰਾ ਦਾ ਰਾਜਨੀਤੀ ਤੇ ਵੀ ਪੈ ਰਿਹਾ ਜੀ, ਕਿਉਂਕਿ ਜਦੋਂ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਜਿਹੜੀ ਸਟੇਟ ਜਾਂਦੇ ਆ ਤੇ ਉਸ ਸਟੇਟ ਦੇ ਲੋਕਾਂ ਨੂੰ ਜਿਹੜੀਆਂ ਪ੍ਰੋਮੀਨੈਂਟ ਸ਼ਖਸੀਅਤ ਹੈ ਉਹਨਾਂ ਨੂੰ ਲਿਖ ਕੇ ਭੇਜਦੇ ਆ ਕਿ ਜੀ ਤੁਸੀਂ ਸ਼ਾਮਲ ਹੋ। ਯੂਪੀ ਦੇ ਵਿੱਚ ਸ਼ਾਮਲ ਹੋਣਾ ਸੀ, ਅਖਿਲੇਸ਼ ਯਾਦਵ ਨੂੰ ਵੀ ਭੇਜਿਆ, ਕਹਿੰਦੇ ਸੱਦਾ ਪੱਤਰ ਅਸੀਂ ਮਾਇਆਵਤੀ ਨੂੰ ਵੀ ਭੇਜਿਆ, ਤੇ ਇੱਕ ਚੌਧਰੀ ਜਿਹੜੇ ਹੈਗੇ ਅਜੀਤ ਸਿੰਘ ਜੀ, ਉਹਨਾਂ ਦਾ ਬੇਟਾ ਹੈ, ਉਹਨੂੰ ਵੀ ਭੇਜਿਆ, ਜੈੰਤ ਚੌਧਰੀ ਜੀ। ਪਹਿਲਾਂ ਤਾਂ ਇਹਨਾਂ ਨੇ ਕਹਿ ਦਿੱਤਾ ਸੀਗਾ ਆਪਣੇ ਨੇ ਅਖਿਲੇਸ਼ ਸਿੰਘ ਯਾਦਵ ਹੋਰਾਂ ਨੇ ਕਿ ਮੈਨੂੰ ਤਾਂ ਸੱਦਾ ਹੀ ਨਹੀਂ ਮਿਲਿਆ। ਫਿਰ ਉਹਨੇ ਕਹਿਤਾ ਸੀ ਵੀ ਬੀਜੇਪੀ ਤੇ ਕਾਂਗਰਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ, ਇੱਕੋ ਜਿਹੀ ਹੈ ਜੀ। ਲਗਭਗ ਇਹੋ ਜਿਹੀ ਵਿਚਾਰੀ ਬੀਬੀ ਮਾਇਆਵਤੀ ਨੇ ਕੀਤੀ ਸੀ, ਲੇਕਿਨ ਜੈੰਤ ਚੌਧਰੀ ਨੇ ਕਹਿਤਾ ਸੀ ਮੇਰੀਆਂ ਸ਼ੁਭ ਸ਼ਾਮਾਂ ਨਾਲ ਹੈ ਪਰ ਮੈਂ ਸ਼ਾਮਲ ਨਹੀਂ ਹੋ ਸਕਦਾ, ਮੈਂ ਬਿਜ਼ੀ ਹਾਂ ਜੀ। ਬਾਅਦ ਦੇ ਵਿੱਚ ਇਹਨੇ ਵੀ ਸ਼ੁਭ ਸ਼ਾਮਾਂ ਭੇਜਤੀਆਂ ਸੀ ਅਖਿਲੇਸ਼ ਸਿੰਘ ਯਾਦਵ ਨੇ। ਪਰ ਉੱਥੇ ਇੱਕ ਗੱਲ ਹੋਰ ਹੋਈ ਜੀ, ਰਕੇਸ਼ ਟਕੈਤ ਦੇ ਭਰਾ ਹੈ ਨਰੇਸ਼ ਟਕੈਤ, ਵਾਲੀਅਨ ਜਿਹੜੀ ਹੈਗੀ ਹੈ ਖਾਪ, ਉਹਦੇ ਨਾਲ ਉਹ ਸੰਬੰਧਿਤ ਹੈ ਜੀ। ਪੱਛਮੀ ਉੱਤਰ ਪ੍ਰਦੇਸ਼ ਤੁਹਾਨੂੰ ਪਤਾ ਵੀ ਕਿਸਾਨ ਅੰਦੋਲਨ ਦਾ ਗਾੜੀ ਉਹ ਹੈ। ਉਹਨੇ ਮਤਲਬ ਜਿਹੜੀ ਹੈਗੀ ਹੈ ਹਮਾਇਤ ਕਰਤੀ ਸੀ ਇਸ ਯਾਤਰਾ ਦੀ ਜੀ। ਹੁਣ ਹੋਇਆ ਇਹ ਕਿ ਜੋਗਿੰਦਰ ਯਾਦਵ ਹੈ ਜਿਹੜਾ ਉਹਦੀ ਜੇ ਵਿਚਾਰਧਾਰਕ ਪੱਖ ਤੋਂ ਦੇਖੀਏ ਤਾਂ ਉਹ ਸੋਸ਼ਲਿਸਟ ਵਿਚਾਰਧਾਰਾ ਦਾ ਬੰਦਾ ਹੈ ਔਰ ਸੋਸ਼ਲਿਸਟ ਵਿਚਾਰਧਾਰਾ ਦੇ ਜਿੰਨੇ ਵੀ ਲੀਡਰ ਹੈ ਰਾਮ ਮਨੋਹਰ ਲੋਹੀਆ ਤੋਂ ਲੈ ਕੇ ਮੁਲਾਇਮ ਸਿੰਘ ਯਾਦਵ ਸਾਰਿਆਂ ਨੂੰ ਇਹਨਾਂ ਨੂੰ ਦੇਖੀਏ, ਇਹਨਾਂ ਬੰਦਿਆਂ ਦੀ ਜਿਹੜੀ ਹੈ ਧਾਰਾ ਉਹ ਐਂਟੀ ਕਾਂਗਰਸ ਰਹੀ ਹੈ ਜੀ। ਕਾਂਗਰਸ ਦੇ ਨਾਲ ਇਹ ਕਦੇ ਵੀ ਨਹੀਂ ਚੱਲੇ। ਔਰ ਇਹ ਜਿਹੜਾ ਹੈਗਾ ਆਪਣਾ ਜੋਗਿੰਦਰ ਯਾਦਵ, ਇਹ ਵੀ ਉਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਰਕੇ ਇਹ ਵੀ ਹਮੇਸ਼ਾ ਹੀ ਐਂਟੀ ਕਾਂਗਰਸ ਰਿਹਾ। ਜੀ ਜੀ। ਜੇ ਆਪਾਂ ਉਹਨਾਂ 'ਚ ਦੇਖੀਏ ਥੋੜਾ ਪ੍ਰਸ਼ਾਂਤ ਭੂਸ਼ਣ ਹੈ ਜਾਂ ਸ਼ਾਂਤੀ ਭੂਸ਼ਣ, ਉਹਨਾਂ ਦਾ ਵੀ ਜਿਹੜਾ ਹੈਗਾ ਧਾਰਾ ਪ੍ਰਵਾਹ ਹਮੇਸ਼ਾ ਇਹੀ ਰਿਹਾ। ਜੀ ਜੀ। ਲੇਕਿਨ ਹੁਣ ਜਦੋਂ ਇਸ ਵੇਲੇ ਦੀ ਜਿਹੜੀ ਸਥਿਤੀ ਹੈ, ਹਾਲਾਤ ਹੈ ਕਿ ਕਨਸਟੀਟਿਊਸ਼ਨਲ ਸੰਸਥਾਵਾਂ ਜਿਹੜੀਆਂ ਇੱਕ ਬੜੇ ਵੱਡੇ ਅਟੈਕ ਥੱਲੇ ਹੈ ਜੀ, ਮੁਲਕ ਦੀ ਸਲਾਮਤੀ ਨੂੰ, ਮੁਲਕ ਦੀ ਯੂਨਿਟੀ ਇੰਟੈਗ੍ਰਿਟੀ ਨੂੰ ਇੱਕ ਵੱਡੀ ਥ੍ਰੈਟ ਬਣੀ ਹੋਈ ਹੈ। ਖਾਸ ਕਰਕੇ ਜਿਹੜੀ ਹੈਗੀ ਹੈ ਘੱਟ ਗਿਣਤੀਆਂ ਨੂੰ ਜਿਹੜਾ ਖਤਰਾ ਦਰਪੇਸ਼ ਹੈ, ਉਹਦੇ ਚੱਲਦਿਆਂ ਰਾਈਟ ਸੋਚ ਵਾਲੇ, ਚੰਗੀ ਸੋਚ ਵਾਲੇ, ਸੈਕੂਲਰ ਸੋਚ ਵਾਲੇ ਸਾਰੇ ਲੋਕ ਚਿੰਤਤ ਹੋਏ ਜੀ। ਔਰ ਜੋਗਿੰਦਰ ਯਾਦਵ ਵੀ ਉਹਨਾਂ ਚੋਂ ਇੱਕ ਹੈ। ਜੋਗਿੰਦਰ ਯਾਦਵ ਨੂੰ ਤੁਸੀਂ ਦੇਖੋ ਨਾ, ਪਿਛਲੇ ਕਾਫੀ ਸਮੇਂ ਤੋਂ ਯਾਤਰਾ ਦੇ ਵਿੱਚ ਨਾਲ ਆ ਜਾਂਦਾ ਹੁੰਦਾ ਜੀ। ਉਹ ਅੱਜ ਕਦੇ ਵਾਪਸ ਚਲਾ ਜਾਂਦਾ, ਕਦੇ ਆ ਜਾਂਦਾ ਹੈ। ਜੋਗਿੰਦਰ ਯਾਦਵ ਕਿਸਾਨੀ ਸੰਘਰਸ਼ ਦੇ ਵਿੱਚ ਵੀ ਐਕਟਿਵ ਰਿਹਾ। ਹਾਂਜੀ। ਔਰ ਜੋਗਿੰਦਰ ਯਾਦਵ ਤੇ ਕੁਝ ਹੋਰ ਕਿਸਾਨ ਆਗੂ, ਇਹਨਾਂ ਦੀ ਸ਼ਾਇਦ ਇਹ ਪਹਿਲ ਕਦਮੀ ਸੀ। ਤੇ ਰਕੇਸ਼ ਟਕੈਤ ਜੀ, ਜਿਹਦੇ ਦੋ ਹੰਝੂਆਂ ਨੇ ਡਿੱਗੇ ਪਏ ਅੰਦੋਲਨ ਨੂੰ ਦੁਬਾਰਾ ਖੜਾ ਕੀਤਾ ਸੀ, ਇਹ ਸਾਰੇ ਇਕੱਠੇ ਹੋ ਕੇ ਮਿਲਦੇ ਹੈ ਜੀ ਰਾਹੁਲ ਗਾਂਧੀ ਨੂੰ ਸ਼ਾਹਬਾਦ ਮਾਰਕੰਡਾ, ਤੁਹਾਨੂੰ ਪਤਾ ਹੈ ਹਰਿਆਣੇ ਦੇ ਵਿੱਚ ਜੀ, ਉਹ ਵੀ ਕਿਸਾਨ ਅੰਦੋਲਨ ਦਾ ਇੱਕ ਵੱਡਾ ਹੈ। ਉੱਥੇ ਦਾਣਾ ਮੰਡੀ ਦੇ ਵਿੱਚ ਇਹਨਾਂ ਦੀ ਮੀਟਿੰਗ ਹੁੰਦੀ ਹੈ ਜੀ। ਉਸ ਮੀਟਿੰਗ ਦਾ ਜੋ ਸਾਰ ਤੱਤ ਸਾਹਮਣੇ ਆਇਆ ਬਾਹਰ, ਉਹ ਕਹਿੰਦੇ ਵੀ ਇਹ ਜਿਹੜੀ ਹੈਗੀ ਮੀਟਿੰਗ ਇਹ ਇਸ ਗੱਲ ਨੂੰ ਲੈ ਕੇ ਹੋਈ ਹੈ ਕਿ 2024 ਚ ਹੋਣੀਆਂ ਚੋਣਾਂ ਜੀ। ਔਰ 2024 ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਪ੍ਰਤੀ ਕਾਂਗਰਸ ਪਾਰਟੀ ਦਾ ਨਜ਼ਰੀਆ ਕੀ ਹੈ ਜੀ, ਇਹ ਤੁਸੀਂ ਇੱਕ ਆਪਣਾ ਸਪਸ਼ਟ ਕਰੋ ਜੀ। ਵੈਸੇ ਤੁਹਾਡੇ ਯਾਦ ਹੋਣਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਪੰਜਾਬ ਦੀਆਂ ਨੂੰ ਇੱਥੇ ਵੀ ਸਮਨ ਕੀਤਾ ਸੀ ਬਿਲਕੁਲ ਕਿਸਾਨ ਆਗੂਆਂ ਨੇ, ਔਰ ਉੱਥੇ ਜਾ ਕੇ ਇਕੱਲੇ ਸਾਰੇ ਗੱਲ ਕਹਿੰਦੇ ਸੀ। ਇਹ ਤੋਂ ਇਲਾਵਾ ਤੁਸੀਂ ਦੇਖੋ ਨਾ ਕਿ ਡਿਕਟੇਟ ਕਰਦੇ ਹੁੰਦੇ ਸੀ ਕਿਸਾਨ ਆਗੂ, ਸੰਯੁਕਤ ਕਿਸਾਨ ਮੋਰਚੇ ਵਾਲੇ, ਕਿ ਭਾਈ ਪਾਰਲੀਮੈਂਟ ਸਾਡੀ ਗੱਲ ਕਰਨੀ ਹੈ ਤੇ ਇੱਕ ਦੂਜੇ ਦਾ ਮੂਹਰੇ ਹੋ ਕੇ ਪਾਰਲੀਮੈਂਟ ਦੇ ਮੈਂਬਰ ਬੋਲਦੇ ਹੁੰਦੇ ਸੀ ਕਿ ਜੀ ਜਿਹਨੇ ਕਿਸਾਨਾਂ ਦੀ ਗੱਲ ਨਾ ਮੰਨੀ ਤੇ ਉਹ ਹੈ ਨਹੀਂ ਜੀ, ਉਹਨੂੰ ਜਿਹੜੀ ਹੈ ਕਿਸਾਨ ਵੋਟ ਹੈ ਜਿਹੜੀ ਉਹ ਭੜਕਾ ਦੂਗੀ। ਸੋ ਸਾਰਾ ਕੁਝ ਕਰਾ ਕੇ ਇਹਨਾਂ ਨੇ ਉਸੇ ਤਾਰੀਖ ਦੇ ਉੱਤੇ ਕਿਹਾ ਕਿ ਤੁਸੀਂ ਦੱਸੋ ਜੀ ਤੁਹਾਡਾ ਕੀ ਹੈ ਜੀ। ਉਹ ਕਹਿੰਦੇ ਵੀ ਤੁਸੀਂ ਦੱਸੋ, ਤੁਸੀਂ ਵੀ ਮਤਲਬ ਮੈਨੂੰ ਸੁਜੈਸਟ ਕਰੋ ਕੁਝ। ਤੇ ਇਹਨਾਂ ਨੇ ਕਿਹਾ ਕਿ ਸਾਰੀਆਂ ਫਸਲਾਂ ਤੇ MSP ਮਿਲਣਾ ਚਾਹੀਦਾ। ਜਿਹੜੇ ਡਾਕਟਰ ਸਵਾਮੀਨਾਥਨ ਰਿਪੋਰਟ ਹੈ ਉਹਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਜੀ। ਤੇ ਇੱਥੇ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਆਲਰੇਡੀ ਅੰਡਰ ਕੰਸੀਡਰੇਸ਼ਨ ਹੈ। ਦਾਣੇ ਵਾਲੀ ਸਮੇਂ ਤੇ ਮੈਂ ਤੁਹਾਡੇ ਯਾਦ ਕਰਾਊਂਗਾ, ਇੱਕ ਵਾਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜੀ ਤੇ ਯੂਪੀ ਦੇ ਵਿੱਚ ਕਿਸਾਨਾਂ ਦੇ ਉੱਤੇ ਬੜਾ ਤਸ਼ੱਦਦ ਹੋਇਆ ਸੀ। ਜ਼ਮੀਨ ਅਕਵਾਇਰ ਕੀਤੀ ਜਾ ਰਹੀ ਸੀ ਜੀ। ਅਕਵਾਇਰ ਕਰਨ ਵਾਲੀ ਜ਼ਮੀਨ ਦੇ ਖਿਲਾਫ, ਐਕੁਜੀਸ਼ਨ ਦੇ ਖਿਲਾਫ ਕਿਸਾਨਾਂ ਨੇ ਅੰਦੋਲਨ ਕੀਤਾ ਸੀ। ਯੂਪੀ ਦੇ ਵਿੱਚ ਤਾਂ ਫਿਰ ਤੁਹਾਡੇ ਯਾਦ ਹੋਣਾ, ਇੱਕ ਵਾਰੀ ਮੋਟਰਸਾਈਕਲ ਤੇ ਬੈਠ ਕੇ ਵੀ ਰਾਹੁਲ ਗਾਂਧੀ ਉੱਥੇ ਗਿਆ ਸੀ। ਹਾਂਜੀ। ਤੇ ਰਾਹੁਲ ਗਾਂਧੀ ਨੇ ਉਹਨਾਂ ਨਾਲ ਇਹ ਪ੍ਰੋਮਿਸ ਕੀਤਾ ਸੀ ਕਿ ਸਾਡੀ ਸਰਕਾਰ
ਜਿਹੜੀ ਹੈਗੀ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਤਬਦੀਲੀ ਕਰੂਗੀ। ਹਾਂ, ਜਿਹੜਾ ਬਸਤੀਵਾਦ ਵੇਲੇ ਦਾ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਹੈ, ਜਦੋਂ ਮਰਜ਼ੀ ਹੈ ਤੁਸੀਂ ਜਿਹੜੀ ਹੈਗੀ ਐਮਰਜੈਂਸੀ ਕਲਾਜ਼ ਲਾ ਕੇ ਤੇ ਜ਼ਿਮੀਂਦਾਰਾਂ ਨੂੰ ਮੁਆਵਜ਼ਾ ਭਾਵੇਂ ਮਗਰੋਂ ਦੇਣਾ ਤੇ ਪਹਿਲਾਂ ਕਬਜ਼ਾ ਲੈ ਲਓਗੇ ਵੀ ਇਹ ਗੱਲ ਨਹੀਂ ਹੋਊ, ਤੁਹਾਨੂੰ ਮੁਆਵਜ਼ਾ ਤੁਹਾਡੀ ਜ਼ਮੀਨ ਦਾ ਪੂਰਾ ਮਿਲੂਗਾ। ਸਾਡੇ 'ਚ ਨੁਕਸ ਹੈ ਆਪ ਕਈ ਵਾਰੀ ਜ਼ਿਮੀਂਦਾਰਾਂ 'ਚ, ਅਸੀਂ ਕੀ ਕਰਦੇ ਹਾਂ ਕਿ ਜਦੋਂ ਅਸੀਂ ਰਜਿਸਟਰੀ ਕਰਾਉਣੀ ਹੁੰਦੀ ਹੈ ਨਾ, ਉਦੋਂ ਇਹ ਹੁੰਦੀ ਹੈ ਕਿ ਜਿਹਨੇ ਜ਼ਮੀਨ ਖਰੀਦਣੀ ਹੈ ਉਹਨੂੰ ਲਾਉਣਾ ਪੈਂਦਾ ਸਟਾਂਪ। ਉਹ ਕਹਿੰਦਾ ਵੀ ਸਟਾਂਪ ਮੇਰਾ ਘੱਟ ਲੱਗੇ, ਪੈਸੇ ਵੱਧ ਦੇ ਦਿਓ ਤੇ ਰਜਿਸਟਰੀ ਘੱਟ ਕਰਾ ਲਓ। ਤੇ ਜਿਨ੍ਹਾਂ ਨੇ ਰਜਿਸਟਰੀ ਕਰਵਾਉਣੀ ਹੁੰਦੀ, ਆਪਣੀ ਜ਼ਮੀਨ ਵੇਚਣੀ ਹੁੰਦੀ, ਉਹ ਕਹਿੰਦੇ ਹਾਂ ਆਪਣੀ ਸਿਹਤ ਤੇ ਕੀ ਅਸਰ ਹੈ, ਠੀਕ ਹੈ ਜੀ ਠੀਕ ਹੈ, ਸਾਨੂੰ ਪੈਸੇ ਤਾਂ ਪੂਰੇ ਮਿਲ ਗਏ, ਜੇ ਘੱਟ ਕਰਾ ਲਈ ਤਾਂ ਕੀ ਹੋ ਗਈ। ਉਹ ਬਣ ਜਾਂਦਾ ਜੀ ਫਿਰ, ਕਿਉਂਕਿ ਜਦੋਂ ਇਹ ਫਿਰ ਕਲੈਕਟਰ ਰੇਟ ਬਣਾਉਂਦੇ ਆ ਨਾ ਜਾਂ ਉਹ ਕਲੈਕਟਰ ਰੇਟ ਸਾਰੀਆਂ ਰਜਿਸਟਰੀਆਂ ਚੱਕ ਕੇ ਉਹਦੀ ਐਵਰੇਜ ਕੱਢ ਕੇ ਤੇ ਉਹ ਗੱਲ ਕਰਦੇ ਆ। ਰਾਹੁਲ ਗਾਂਧੀ ਨੇ ਉਸ ਵੇਲੇ ਪ੍ਰੈਸ਼ਰ ਪਾ ਕੇ UPA ਦੀ ਸਰਕਾਰ ਦੇ ਉੱਤੇ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਉੱਤੇ 2013 ਦੇ ਵਿੱਚ ਲੈਂਡ ਐਕੁਜੀਸ਼ਨ ਐਕਟ ਹੈ ਜਿਹੜਾ ਨਵਾਂ ਬਣਵਾਤਾ ਤੇ ਨਵੇਂ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਇਹ ਸੀ ਕਿ ਪਿੰਡਾਂ ਦੇ ਵਿੱਚ 4 ਗੁਣਾ ਤੇ ਸ਼ਹਿਰਾਂ ਦੇ ਵਿੱਚ 2 ਗੁਣਾ ਮੁਆਵਜ਼ਾ ਜਿਹੜਾ ਹੈਗਾ ਕਿਸਾਨੀ ਨੂੰ ਮਿਲੂਗਾ। ਆਹ ਹੁਣ ਤੁਸੀਂ ਦੇਖੋ ਕਿ ਜਿਹੜੀ ਹੈਗੀ ਆ ਭਾਰਤਮਾਲਾ ਸੜਕਾਂ, ਇਹਦੇ ਵਾਸਤੇ ਜ਼ਮੀਨ ਅਕਵਾਇਰ ਕਰ ਰਹੇ ਆ ਤੇ ਰੌਲਾ ਪਈ ਜਾਂਦਾ ਹੈ ਕਿ ਜੀ ਸਾਨੂੰ ਪੈਸੇ ਘੱਟ ਦੇ ਰਹੇ ਆ ਤੇ ਮਾਰਕੀਟ ਰੇਟ ਤਾਂ ਹੈ। ਇਹ ਠੀਕ ਹੈ, ਮਾਰਕੀਟ ਰੇਟ ਹੋਆ, ਪਰ ਮਾਰਕੀਟ ਰੇਟ ਅਸੀਂ ਇਹਦਾ ਬਣਾਇਆ ਹੀ ਨਹੀਂ ਪਹਿਲਾਂ। ਜਦੋਂ ਅਸੀਂ ਲਿਆ ਨਹੀਂ, ਉਹ 'ਚ ਸਾਡਾ ਵੀ ਕਸੂਰ ਹੈ ਨਾ, ਪਰ ਫਿਰ ਵੀ ਜੇ ਮਤਲਬ ਸਾਥੋਂ ਅਣਗਹਿਲੀ ਹੋਈ ਹੈ ਤਾਂ ਸਰਕਾਰਾਂ ਦਾ ਕੰਮ ਹੈ ਕਿ ਉਹਨਾਂ ਨੂੰ ਦਿਓ। ਪਰ ਕਿਉਂਕਿ ਹੁਣ ਕਾਂਗਰਸ ਦੀ ਸਰਕਾਰ ਨਹੀਂ, ਇਹ ਇੱਕ ਤਾਂ ਉਹਨੇ ਕਿਹਾ ਕਿ ਮੇਰੇ ਅੰਡਰ ਕੰਸੀਡਰੇਸ਼ਨ ਹੈ, ਮੈਂ ਇਹ ਗੱਲ ਕਰੂੰਗਾ। ਔਰ ਇਹ ਆਪਾਂ ਨੂੰ ਪਤਾ ਕਿ ਥੋੜਾ ਜਿਹਾ ਕਿਸਾਨੀ ਦੇ ਹੱਕ ਵਿੱਚ ਜੇ ਉਹਨੇ ਗੱਲ ਕੀਤੀ ਹੈ ਤਾਂ ਇਹ ਇਕੱਲੀ ਉਹਨੇ ਕੀਤੀ ਸੀ, ਹੋਰ ਕਿਸੇ ਲੀਡਰ ਨੇ ਨਹੀਂ ਕੀਤੀ, ਪ੍ਰੈਸ਼ਰ ਉਹਦੇ ਬਣਾਇਆ ਹੋਇਆ ਸੀ। ਫਿਰ ਅਗਲੀ ਗੱਲ ਕਹਿੰਦੀ ਹੈ, ਉਹਨਾਂ ਨੇ ਇਹ ਗੱਲ ਕਹੀ, ਪ੍ਰੈਸ਼ਰ ਬਿਲਡ ਕੀਤਾ ਕਿ ਅੱਗੇ ਆਉਣਗੀਆਂ ਤੁਹਾਡੇ ਵਿਧਾਨ ਸਭਾ ਦੀਆਂ ਚੋਣਾਂ, ਰਾਜਸਥਾਨ ਵੀ ਤੇ ਛੱਤੀਸਗੜ੍ਹ ਵੀ, ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੋਨਾਂ ਥਾਵਾਂ ਤੇ, ਘੱਟੋ ਘੱਟ ਤੁਸੀਂ ਉੱਥੇ ਤੱਕ ਕਿਸਾਨ ਪੱਖੀ ਪਹੁੰਚ ਬਣਾ ਲਓ। ਉਹਨੇ ਫਿਰ ਯਕੀਨ ਦਵਾਇਆ ਕਿ ਮੈਂ ਦੋਨਾਂ ਸਰਕਾਰਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਦਾ, ਭੁਪੇਸ਼ ਬਘੇਲ ਨਾਲ ਵੀ, ਛੱਤੀਸਗੜ੍ਹ ਵਾਲੇ ਨਾਲ, ਔਰ ਰਾਜਸਥਾਨ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਅਸ਼ੋਕ ਗਹਿਲੋਤ ਉਹਨਾਂ ਦੇ ਨਾਲ ਵੀ। ਤੇ ਮੇਰੇ ਖਿਆਲ ਮੁਤਾਬਕ ਕਿਉਂਕਿ ਜਿਹੜੀ ਹੈਗੀ ਹੈ ਜਦੋਂ ਗਰਜ ਹੁੰਦੀ ਹੈ, ਉਹ ਗਰਜ ਦੀ ਖਾਤਰ ਕਹਿੰਦੇ ਹੁੰਦੇ ਕਈ ਵਾਰੀ ਫਿਰ ਕਹਿੰਦਾ ਗਧੇ ਨੂੰ ਵੀ ਬਾਪੂ ਕਹਿਣਾ ਪੈਂਦਾ। ਬਿਲਕੁਲ। ਤੇ ਹੁਣ ਬਾਪੂ ਕਹਿਣ ਵਾਲਾ ਸਮਾਂ ਆ ਗਿਆ। ਇਸ ਲਿਹਾਜ਼ ਨਾਲ ਕੁਝ ਲੋਕ ਤਾਂ ਸ਼ਾਇਦ ਇਹ ਵੀ ਦੇਖਦੇ ਹੋਣ ਵੀ ਜੀ ਇਹ ਕਿਸਾਨ ਹੈ, ਇਹਨਾਂ ਦਾ ਕੀ ਕੰਮ ਹੈ, ਰਾਹੁਲ ਗਾਂਧੀ ਨੂੰ ਕਿਉਂ ਮਿਲੇ, ਉਹਨਾਂ ਨੂੰ ਸਾਰਿਆਂ ਨੂੰ ਮਿਲਣਾ ਚਾਹੀਦਾ ਇਲੈਕਸ਼ਨ ਤੋਂ ਪਹਿਲਾਂ ਆਪਣੇ ਹੱਕਾਂ ਦੀ ਖਾਤਰ, ਕਿ ਭਾਈ ਸਾਡੀ ਖਾਤਰ ਕਰੋ। ਅੱਜ ਉਹ ਇਹਨੂੰ ਮਿਲੇ, ਰਾਹੁਲ ਗਾਂਧੀ ਨੂੰ ਮਿਲੇ, ਕੱਲ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ, JP ਨੱਡਾ ਨੂੰ ਵੀ, ਪਰਸੋਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਵੀ ਮਿਲਣਾ ਚਾਹੀਦਾ, ਜ਼ਰੂਰ ਮਿਲ ਕੇ ਆਪਣਾ ਪੱਖ ਰੱਖਣਾ ਚਾਹੀਦਾ। ਕਿਉਂਕਿ ਆਫਟਰ ਆਲ ਜੇ ਅਸੀਂ ਮੈਮੋਰੰਡਮ ਵੀ ਦਿੰਦੇ ਹਾਂ ਕਿਸੇ ਨੂੰ, ਪਹਿਲਾਂ ਆਪਾਂ ਯਾਦ ਪੱਤਰ ਦਿੰਦੇ ਹਾਂ, ਮੰਗ ਪੱਤਰ ਦਿੰਦੇ ਹਾਂ, ਤੇ ਜੇ ਮੰਗ ਪੱਤਰ ਤੇ ਕੋਈ ਐਕਸ਼ਨ ਨਹੀਂ ਕਰਦਾ, ਅੰਦੋਲਨ ਤਾਂ ਫੇਰ ਹੀ ਹੁੰਦੇ ਨਾ। ਜਿਹੜੀ ਹੁਣ 3 ਕਾਲੇ ਕਾਨੂੰਨ ਵਾਲਾ ਅੰਦੋਲਨ, ਸਾਡਾ ਅੰਦੋਲਨ ਤਾਂ ਹੈ ਹੀ ਨਹੀਂ ਸੀ, ਉਹ ਤਾਂ ਸਾਡੇ ਸਿਰ ਦੇ ਉੱਤੇ ਠੋਕਿਆ ਸੀ ਕਿਸਾਨੀ ਦੇ ਉੱਤੇ। ਉਹ ਤਾਂ ਪਹਿਲਾਂ ਤੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਮੰਗ ਕਰਦੇ ਸੀ, MSP ਦੀ ਗੱਲ ਕਰਦੇ ਸੀ, ਉਹ ਠੋਕਤਾ। ਇਹ ਗੱਲ ਠੀਕ ਹੈ ਕਿ ਜਦੋਂ ਐਡਾ ਵੱਡਾ ਅੰਦੋਲਨ ਖੜਾ ਹੋ ਗਿਆ, ਉਸ ਅੰਦੋਲਨ ਨੂੰ ਸਾਰੇ ਪਾਸੇ ਤੋਂ ਸਮਰਥਨ ਮਿਲਿਆ, ਔਰ ਉਸ ਸਮਰਥਨ ਦੀ ਜਿਹਦੇ ਵਿੱਚ ਅਸੀਂ ਵਿਦੇਸ਼ੀ, ਸਾਡਾ ਜਿਹੜਾ ਹੈਗਾ ਪੰਜਾਬੀ ਭਾਈਚਾਰਾ ਜਿਹੜੇ ਵਿਦੇਸ਼ਾਂ 'ਚ ਬਸੇ ਹੋਏ ਲੋਕ ਹੈ, ਜਿਹੜਾ ਉਹਨਾਂ ਨੇ ਸਮਰਥਨ ਦਿੱਤਾ, ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਪਰ ਕੱਲ ਵੀ ਆਪਾਂ ਗੱਲ ਕੀਤੀ ਸੀ ਦਾਣੇ ਵਾਲੀ, ਸਭ ਹੋ ਗਈ ਸੱਚੀ, ਕਿ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਨੂੰ, ਡਾਕਟਰ ਦਰਸ਼ਨ ਸਿੰਘ ਧਾਲੀਵਾਲ ਨੂੰ, ਜਿਹਨੂੰ ਹਵਾਈ ਅੱਡੇ ਤੋਂ ਵਾਪਸ ਮੋੜਿਆ ਸੀ ਕਿ ਤੂੰ ਕਿਸਾਨ ਅੰਦੋਲਨ ਦੀ ਮਦਦ ਕਿਉਂ ਕਰਦਾ ਹੈ। ਹੁਣ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ, ਜ਼ਿਮੀਂਦਾਰਾਂ ਤੋਂ ਬਗੈਰ, ਕਿਸਾਨਾਂ ਤੋਂ ਬਗੈਰ, ਸਿੱਖਾਂ ਤੋਂ ਬਗੈਰ ਗੱਡੀ ਨਹੀਂ ਚੱਲਣੀ। ਤੇ ਭੋਪਾਲ ਦੇ ਵਿੱਚ ਜੀ ਕੱਲ ਜਿਹੜੀ ਹੈਗੀ ਹੈ, ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ ਧਾਲੀਵਾਲ ਹੋਰਾਂ ਨੂੰ, ਮਤਲਬ ਜਿਹੜਾ ਹੈਗਾ ਪ੍ਰਵਾਸੀ ਸੰਮੇਲਨ ਪੁਰਸਕਾਰ ਦੇ ਨਾਲ, ਉਹਦੇ 'ਚ ਕੀਤਾ ਹੈ। ਟੋਟਲ 27 ਸ਼ਖਸੀਅਤ ਹੈ, 26 ਹੋਰ ਅਤੇ 27 में ਜਿਹੜੇ ਹੈਗੇ 27 ਭਾਰਤ ਦੇ 27 ਬੰਦਿਆਂ ਚੋਂ ਜਿਹੜੇ ਪ੍ਰਵਾਸ ਤੇ ਗਏ ਹੋਏ ਲੋਕ ਹੈਗੇ, ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ। ਉਹਨਾਂ 27 ਦੇ ਵਿੱਚੋਂ ਇੱਕ ਜਿਹੜਾ ਹੈਗਾ ਪੰਜਾਬੀ ਸਰਦਾਰ ਹੈ। ਇਹਦਾ ਕਰਕੇ ਮਤਲਬ ਮੇਰੇ ਖਿਆਲ ਮੁਤਾਬਕ ਹੈ ਵੀ ਲੋੜ ਸਾਰਿਆਂ ਦੀ ਹੈ, ਔਰ ਸਭ ਨੂੰ ਇਹ ਗੱਲ ਕਰਨੀ ਪੈਣੀ। ਅੱਜ ਜੇ ਥੋੜੀ ਜੇ ਆਪਣਾ ਪ੍ਰਧਾਨ ਮੰਤਰੀ ਇੱਧਰ ਨੂੰ ਗੱਲ ਕਰਦਾ, ਉਹਨੂੰ ਵਾਪਸ ਲੈਣਾ ਪੈ ਗਿਆ, ਤਾਂ MSP ਵਾਲੇ ਮਾਮਲੇ ਤੇ, ਕਿਉਂਕਿ MSP ਦੇ ਮੁੱਦੇ ਤੇ ਤੁਹਾਡੇ ਯਾਦ ਹੋਣਾ 2014 2019 ਦੀਆਂ ਇਲੈਕਸ਼ਨਾਂ ਵੇਲੇ ਸਾਰੀਆਂ ਹੀ ਪਾਰਟੀਆਂ ਨੇ ਪ੍ਰੋਮਿਸ ਕੀਤਾ ਬਿਲਕੁਲ ਕੀਤਾ ਕਿ ਜੀ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਜਿਹੜਾ ਹੈਗਾ ਤੁਹਾਨੂੰ MSP ਦੇਵਾਂਗੇ, ਨਹੀਂ ਮਿਲਿਆ। ਇਹ ਹੱਕ ਹੈ, ਉਹਨਾਂ ਨੂੰ ਵਧੀਆ ਕੀਤਾ ਜੀ। ਤੇ ਢਿੱਲੋਂ ਸਾਹਿਬ, ਜਦੋਂ ਕੋਈ ਵੀ ਹੁਣ ਆਪਾਂ ਰੋਸ ਮੁਜ਼ਾਹਰਿਆਂ ਦੀ ਗੱਲ ਕਰਕੇ ਹਟੇ ਆ, ਰੇਲ ਰੋਲ ਲਓ, ਸੜਕ ਰੋਲ ਲਓ, ਟੋਲ ਪਲਾਜੇ ਰੋਕ ਲਓ, ਆਵਾਜਾਈ ਨੂੰ ਠੱਪ ਕਰਕੇ ਰੱਖ ਦਿਓ, ਜਾਮ ਕਰਕੇ ਰੱਖ ਦਿਓ। ਹੁਣ ਇਹਦੇ ਬਾਰੇ ਇੱਕ ਬਿਆਨ ਆਇਆ ਜੀ, ਜਾਂ ਵਿਚਾਰ ਆਇਆ, ਕਹਿੰਦੇ ਰੋਕਣਾ ਜਿਹੜਾ ਗੈਰ ਸੰਵਿਧਾਨਕ ਹੈ, ਗਲਤ ਹੈ। ਇਹ ਕਿਹਨੇ ਕਿਹਾ? ਇਹ ਵਿਚਾਰ ਆਇਆ ਜੀ ਇਸ ਕਰਕੇ ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ। ਪੰਜਾਬ ਸਰਕਾਰ ਨੂੰ ਉਹਦੇ ਵਿੱਚ ਉਹਨਾਂ ਨੇ
ਪਾਰਟੀ ਬਣਾਇਆ ਜੀ ਤੇ ਨਾਲ 8 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੀ ਜੀ ਉਹਨਾਂ ਨੂੰ ਵੀ ਪਾਰਟੀ ਬਣਾਇਆ ਤੇ ਮੰਗ ਉਹਨਾਂ ਨੇ ਇਹ ਕੀਤੀ ਹੈ ਕਿ ਜੀ ਸਾਨੂੰ ਘਾਟਾ ਬਹੁਤ ਪੈ ਰਿਹਾ ਜੀ। ਹੈ, ਲਗਭਗ ਕਰੋੜ ਰੁਪਈਆ ਰੋਜ਼ ਦਾ ਘਾਟਾ ਪੈ ਰਿਹਾ ਹੈ ਔਰ ਇਸ ਘਾਟੇ ਦੀ ਭਰਪਾਈ ਹੈ ਜਿਹੜੀ ਕੀਤੀ ਜਾਵੇ। ਜੀ ਤੇ ਕਿਸਾਨ ਜਿਹੜੇ ਹੈਗੇ ਆ ਜਦੋਂ ਇਹਨਾਂ ਦਾ ਜੀ ਕਰਦਾ ਜੀ ਕਹਿੰਦੇ ਉਦੋਂ ਹੀ ਆ ਕੇ ਬਹਿ ਜਾਂਦੇ ਹੈ ਉਹਦੇ ਤੇ ਸੜਕਾਂ ਤੇ ਟੋਲ ਪਲਾਜ਼ਾ ਬੰਦ ਕਰ ਦਿੰਦੇ। ਇਹ ਪਟੀਸ਼ਨ ਸੁਣਵਾਈ ਵਾਸਤੇ ਪੇਸ਼ ਹੋਈ ਜਸਟਿਸ ਵਿਨੋਦ ਐਸ ਭਾਰਦਵਾਜ ਜੀ ਉਹਨਾਂ ਦੀ ਅਦਾਲਤ ਦੇ ਵਿੱਚ। ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੇ ਜਿਹੜੇ ਪੁਰਾਣੇ ਅੰਕੜੇ ਦਿੱਤੇ ਆ 2021 ਵਾਲੇ 1921 ਵਾਲੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵੇਲੇ ਵੀ ਬੜਾ ਲੰਬਾ ਸਮਾਂ ਟੋਲ ਪਲਾਜ਼ੇ ਬੰਦ ਰਹੇ 440 ਦਿਨਾਂ ਦਾ ਸ਼ਾਇਦ ਉਹਨਾਂ ਨੇ ਜ਼ਿਕਰ ਕੀਤਾ ਤੇ ਬਹੁਤ ਵੱਡਾ ਕਹਿੰਦੇ ਜੀ ਸਾਡਾ ਉਹਦੇ 'ਚ ਨੁਕਸਾਨ ਹੋਇਆ। ਭਾਰਤ ਸਰਕਾਰ ਦੇ ਜਿਹੜੇ ਹੈਗੇ ਖਜ਼ਾਨੇ ਨੂੰ ਬੜਾ ਵੱਡਾ ਘਾਟਾ ਪਿਆ ਹੋਵੇ ਤੇ ਹੁਣ ਫੇਰ ਇਹ ਬਹਿ ਗਏ। ਉਹਨਾਂ ਨੇ ਡਿਮਾਂਡ ਕੀਤੀ ਹੈ ਜੀ ਇਹਨਾਂ ਨੂੰ ਉਠਾਇਆ ਜਾਵੇ ਤੇ ਇਹਨਾਂ ਦੇ ਵਾਸਤੇ ਕੋਈ ਡਾਇਰੈਕਸ਼ਨ ਕਲੀਅਰ ਕੀਤੀ ਜਾਵੇ ਜੀ। ਇਹ ਠੀਕ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਹ ਡਿਮਾਂਡ ਕੀਤੀ ਹੈ, ਚਲੋ ਉਹਨਾਂ ਨੇ ਸਾਰੀ ਗੱਲ ਕੀਤੀ ਹੈ ਪਰ ਭਾਈ ਤੁਸੀਂ ਤਾਂ ਡਿਮਾਂਡ ਕਰ ਲਈ, ਤੁਸੀਂ ਤਾਂ ਚਲੇ ਗਏ ਤੇ ਜਿਹੜੇ ਲੋਕ ਹੈ ਕੰਜ਼ਿਊਮਰ ਹੈ ਜਿਹੜੇ ਖਪਤਕਾਰ ਹੈ ਜੀ, ਜਿਹੜੇ ਲੋਕ ਜਿਹਦੀ ਜਿੰਨੀ ਕੁ ਪਹੁੰਚ ਹੈ ਉਹ ਇਹੋ ਜਿਹਾ ਸਾਧਨ ਲੈਂਦਾ ਜੀ, ਜਿਹਦੀ ਬਿਲਕੁਲ ਘੱਟ ਆਮਦਨ ਉਹਨੇ 15-20 ਕਿਲੋਮੀਟਰ ਰੋਜ਼ ਕਰਨਾ ਹੁੰਦਾ ਉਹ ਬੰਦਾ ਸਕੂਟਰ ਜਾਂ ਮੋਟਰਸਾਈਕਲ ਲੈ ਲੈਂਦਾ ਜਿਹਦਾ ਥੋੜਾ ਜਿਹਾ ਪਾਣੀ ਮਰਦਾ ਭਾਈ ਉਹ ਕਾਰ ਲੈ ਲੈਂਦਾ। ਬਿਲਕੁਲ ਕਾਰਾਂ ਦੇ ਵਿੱਚ ਵੀ ਫਿਰ ਕਿਸਮਾਂ ਹੈ, ਕੋਈ ਕਿਸੇ ਨੇ ਕੋਈ ਲੈ ਲਈ, ਕਿਸੇ ਨੇ 40 ਲੱਖ ਵਾਲੀ ਲੈ ਲਈ, ਕਿਸੇ ਨੇ ਲੈ ਲਈ ਕਿੰਨੇ ਵਾਲੀ ਲੈ ਲਈ, ਕੋਈ ਮਤਲਬ ਜਿਹੜਾ 50-60 ਵਾਲੀ ਮਰੂਤੀ ਲੈ ਕੇ ਤੁਰਿਆ ਫਿਰਦਾ ਤੇ ਜਦੋਂ ਸੜਕ ਤੇ ਚੜ੍ਹਦੇ ਹੈ ਉਹੀ ਤਾਂ ਮਤਲਬ ਜਿਹੜਾ ਹੈਗਾ ਜੀ 60 ਲੱਖ ਵਾਲੇ ਨੂੰ ਦੇਣਾ ਪੈਂਦਾ, 60,000 ਵਾਲੇ ਨੂੰ ਦੇਣਾ ਪੈਂਦਾ, ਜੇ ਉਹੀ ਦਿੱਲੀੋਂ ਲਿਆਂਦੀ ਸੈਕਿੰਡ ਹੈਂਡ 10,000 ਦੀ ਮਰੂਤੀ ਵਾਲੇ ਨੂੰ ਦੇਣਾ ਪੈਂਦਾ। ਸਾਰਾ ਦਾ ਸਾਰਾ ਜਿਹੜਾ ਹੈ ਮਾਮਲਾ ਹੈ ਇੱਕ ਬੜੀ ਅੰਨੀ ਲੁੱਟ ਹੋ ਰਹੀ ਹੈ। ਵੈਸੇ ਕਹਿੰਦੇ ਨਿਯਮਾਂ ਦੇ ਮੁਤਾਬਕ ਇਹ ਕਿ 60 ਕਿਲੋਮੀਟਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਰ ਇੱਥੇ ਤਾਂ ਮੇਰੇ ਖਿਆਲ 60 ਕਿਲੋਮੀਟਰ ਦੇ ਵਿੱਚ ਕਿੰਨੇ ਆ ਜਾਂਦੇ, ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਜਿਹਦਾ ਜੀ ਕਰਦਾ ਉੱਥੇ ਲਾ ਲੈਂਦਾ। ਹੁਣ ਤੁਸੀਂ ਆਹ ਦੇਖੋ ਆਪਣੀ ਜਿਹੜੀ ਆਹ ਸੜਕ ਹੈ ਬਠਿੰਡਾ ਤੋਂ ਵਾਇਆ ਕੋਟ ਸ਼ਮੀਰ ਜਾਂਦੀ ਹੈ ਤੇਰੀ ਪਟਿਆਲੇ ਨੂੰ ਭਵਾਨੀਗੜ੍ਹ ਵਾਲੇ ਨੂੰ, ਇੱਥੇ ਜੀ 2 ਥਾਵਾਂ ਦੇ ਉੱਤੇ ਟੋਲ ਟੈਕਸ ਲਾਤੇ। ਉਹ ਸੜਕ ਪੰਜਾਬ ਸਰਕਾਰ ਦੀ ਨਾਲੇ ਢਿੱਲੋਂ ਸਾਹਿਬ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਵੀ ਗੈਰ ਕਾਨੂੰਨੀ ਤਰੀਕੇ ਨਾਲ ਕੰਸਟਰਕਸ਼ਨ ਵਿਚਾਲੇ ਕੀਤੀ ਹੈ, ਵਿਚਾਲੇ ਕਰਤੀ, ਸਾਰਾ ਕੁਝ ਕਰਤਾ, ਸਾਈਡਾਂ ਦੇ ਉੱਤੇ ਜਿਹੜੀ ਜਗ੍ਹਾ ਨਾਂਗਾ ਸਾਈਡਾਂ ਤੋਂ ਜਗ੍ਹਾ ਨਹੀਂ ਉਹ ਸਾਰਾ ਕੁਝ ਕਰਤਾ। ਭਗਵੰਤ ਮਾਨ ਹੋਰਾਂ ਨੇ ਕਹਿਤਾ ਸੀ ਜੀ ਅਸੀਂ ਇਹਨੂੰ ਵੀ ਬੰਦ ਕਰਾਂਗੇ, ਉਹਨਾਂ ਨੇ ਜਿੱਦੇ ਆ ਹੁਣ ਇੱਕ ਟੋਲ ਪਲਾਜ਼ਾ ਹੈ ਉਹਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਤੇ ਉਹ ਵੀ ਹਾਈ ਕੋਰਟ ਚਲੇ ਗਏ ਜੀ। ਹਾਲਾਂਕਿ ਚਾਲੂ ਨਹੀਂ, ਉਹ ਢਹਿ ਗਏ ਸੀ ਉਹ ਵੀ ਹਾਈ ਕੋਰਟ ਚਲੇ ਗਏ ਤੇ ਹਾਈ ਕੋਰਟ ਨੇ ਉਹਨਾਂ ਨੂੰ ਵੀ ਸਟੇ ਦਿੱਤਾ ਕਿ ਹਾਂਜੀ ਠੀਕ ਹੈ ਤੁਸੀਂ ਇਹ ਨਹੀਂ ਕਰ ਸਕਦੇ ਪੰਜਾਬ ਸਰਕਾਰ। ਜਦੋਂ ਅਸੀਂ ਗੱਡੀਆਂ ਲੈਨੇ ਆ ਹਰ ਗੱਡੀ ਜਿਹੜੀ ਹੈ ਉਹਦੀ ਕੀਮਤ ਮੁਤਾਬਕ ਉਹਦਾ ਰੋਡ ਟੈਕਸ ਕੱਟਿਆ ਜਾਂਦਾ, ਉਹ ਲੈਂਦੇ ਲੋਕ ਅਦਾ ਕਰਦੇ ਆ, ਸਾਰੀ ਉਹਦੀ ਫੁੱਲ ਫਲਾਈ ਦੀ ਜਿੰਨੀ ਉਹਦੀ ਟਨਿਓਰ ਆ ਉਹਨੇ ਔਰ ਕੱਟਿਆ ਜਾਂਦਾ। ਪਹਿਲਾਂ ਸਾਲ ਦੇ ਸਾਲ ਹੁੰਦਾ ਸੀ, ਹੁਣ ਯਕਮੁਸ਼ਤ ਹੋ ਜਾਂਦਾ ਜੀ। ਤੇ ਜੇ ਉਹ ਸਾਰਾ ਕੁਝ ਹੁੰਦਾ ਤੇ ਲੋਕਾਂ ਨੂੰ ਫਿਰ ਦੂਰਾ ਟੈਕਸ ਕਿਉਂ ਦੇਣਾ ਪਵੇ? ਦੱਸੋ। ਇਹਦੇ ਉੱਤੇ ਲੋਕ ਨਹੀਂ ਨਾ ਗਏ, ਲੋਕ ਨਹੀਂ ਨਾ ਗਏ ਕਿਉਂਕਿ ਜਿਹੜਾ ਜਾਂਦਾ ਜਿਹਦੇ ਕੋਲ ਲੋਕਾਂ ਕੋਲ ਪੈਸੇ ਹੈ ਨਹੀਂ। ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ 2 ਬੰਦੇ ਬੈਠੇ ਆ, ਆਪਾਂ ਕਦੇ ਸੋਚਿਆ ਇਸ ਬਾਰੇ? ਆਪਣੇ ਹੁਣ ਸਿਰ 'ਚ ਜੋ ਗੰਡਾਸਾ ਵੱਜਦਾ ਆਪਾਂ ਉਦੋਂ ਸੋਚਦੇ ਵੀ ਲੋਕਾਂ ਨੂੰ ਜਾਣਾ ਚਾਹੀਦਾ ਜੀ। ਲੋਕ ਗਏ ਨਹੀਂ, ਕੰਪਨੀ ਗਈ ਹੈ ਤੁਹਾਡੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੇ ਜਸਟਿਸ ਵਿਨੋਦ ਐਸ ਭਾਰਦਵਾਜ ਸਾਹਿਬ ਕਹਿੰਦੇ ਕੀ ਹੈ? ਕਹਿੰਦੇ ਜੀ ਰੇਲਾਂ, ਸੜਕਾਂ, ਟੋਲ ਪਲਾਜ਼ੇ ਰੋਕਣਾ ਹੁਣ ਇੱਕ ਟ੍ਰੈਂਡ ਬਣ ਗਿਆ। ਅੱਛਾ, ਫਿਰ ਤਾਂ ਕਟਾਸ਼ ਮਾਰਿਆ ਟ੍ਰੈਂਡ ਬਣ ਗਿਆ। ਕਹਿੰਦੇ ਇਹਦੀ ਸੁਣਵਾਈ ਜਿਹੜੀ ਹੈਗੀ ਜ਼ਰੂਰੀ ਹੈ ਔਰ ਸੁਣਵਾਈ ਕਹਿੰਦੇ ਇਹਦਾ ਡਿਵੀਜ਼ਨ ਬੈਂਚ ਕਰੇ। ਅੱਛਾ, ਮਤਲਬ ਇਹ ਟਿੱਪਣੀ ਕਰਕੇ ਉਹਨਾਂ ਨੇ ਕੇਸ ਜਿਹੜਾ ਹੈਗਾ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਭੇਜਤਾ ਕਿ ਇਹਦੇ ਵਾਸਤੇ ਹੁਣ ਤੁਸੀਂ ਡਿਵੀਜ਼ਨ ਬੈਂਚ ਬਣਾਓ। ਅੱਛਾ ਜੀ, ਡਿਵੀਜ਼ਨ ਬੈਂਚ ਹੁਣ ਜੀ ਜੱਜ ਸਾਹਿਬ ਆਪਣੀ ਉਹ ਬੁੱਧੀ ਵਿਵੇਕ ਦੇ ਨਾਲ ਬਣਾਉਣਗੇ ਤੇ ਉਹ ਡਿਵੀਜ਼ਨ ਬੈਂਚ ਫਿਰ ਜਿਹੜਾ ਫੈਸਲਾ ਲਓ। ਮੈਨੂੰ ਲੱਗਦੀ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਕਿ ਚਾਹੇ ਖਰਬੂਜਾ ਚਾਕੂ ਤੇ ਡਿੱਗੇ ਤੇ ਫਿਰ ਪਤਾ ਹੀ ਹੈ ਵੀ ਫਿਰ ਇਹਦਾ ਡਾਢਿਆਂ ਦਾ 37-20 ਉਹ ਵੱਡੇ ਲੋਕ ਨੇ ਉਹਨਾਂ ਦੇ ਹੱਕ 'ਚ ਹੀ ਆਉਣਾ। ਕਹਿਰੇ ਨੂੰ ਕਿਹਨੇ ਕਰਨਾ? ਵੈਸੇ ਤੁਸੀਂ ਗਡਕਰੀ ਸਾਹਿਬ ਦਾ ਬਿਆਨ ਪੜ੍ਹ ਲਿਆ ਹੋਣਾ। ਗਡਕਰੀ ਸਾਹਿਬ ਨੇ ਕਹਿਤਾ ਸੀ ਜੀ ਹੁਣ ਅਸੀਂ ਨਾ ਕਰ ਰਹੇ ਹਾਂ ਜੀ, ਪਾਰਲੀਮੈਂਟ ਦੇ ਵਿੱਚ ਬੋਲੇ ਸੀ ਸ਼ਾਇਦ ਉਹਨਾਂ ਨੇ ਕਹਿੰਦੇ 60 ਹੁਣ 60 ਕਿਲੋਮੀਟਰ ਤੋਂ ਘੱਟ ਕਹਿੰਦੇ ਜਿਹੜਾ ਹੈਗਾ ਟੋਲ ਪਲਾਜ਼ਾ ਨਹੀਂ ਹੋਣਾ। 60 ਕਿਲੋਮੀਟਰ ਦੀ ਉਹ ਗੱਲ ਕਹਿੰਦੇ ਜੇ 60 ਕਿਲੋਮੀਟਰ ਵਾਲੀ ਗੱਲ ਕਰਨ ਤਾਂ ਬਠਿੰਡੇ ਤੋਂ ਚੱਲ ਕੇ ਆਪਣੇ ਬਰਨਾਲਾ ਬਣਦਾ ਹੈ ਤੇ ਇੱਥੇ ਇੱਕ ਭੁੱਚੋ ਬਣ ਗਿਆ। ਢਿੱਲੋਂ ਸਾਹਿਬ ਤੁਹਾਨੂੰ ਇੱਕ ਸਭ ਤੋਂ ਨਜ਼ਦੀਕੀ ਟੋਲ ਪਲਾਜ਼ਾ ਦੱਸਦਾ ਕਿਹੜਾ? ਹਾਂਜੀ, ਜਦੋਂ ਤੁਸੀਂ ਕਿਤੇ ਅੰਮ੍ਰਿਤਸਰ ਨੂੰ ਜਾਓ ਜੀ, ਤਲਵੰਡੀ ਭਾਈ ਤੋਂ ਪਹਿਲਾਂ ਪੁਲ ਤੋਂ ਹੀ ਪਹਿਲਾਂ 3 ਕਿਲੋਮੀਟਰ ਤੇ ਟੋਲ ਪਲਾਜ਼ਾ ਆਉਂਦਾ ਹੈ ਤੇ ਜਦੋਂ ਤੁਸੀਂ ਪੁਲ ਦੇ ਥੱਲੇ ਮੋਗੇ ਨੂੰ ਪੈਂਦੇ ਤੇ 2 ਕਿਲੋਮੀਟਰ ਤੇ ਫੇਰ ਆ ਜਾਂਦਾ। 5 ਕਿਲੋਮੀਟਰ ਦੇ ਫਰਕ 'ਚ 2 ਹੋ ਗਏ। ਦੱਸੋ, ਕਹਿਣ ਨੂੰ ਸੜਕਾਂ 2 ਨੇ ਪਰ
ਚੱਕਰ ਤਾਂ ਆ ਗਿਆ, ਬੰਦੇ ਨੇ ਤਾਂ ਪੈਸੇ 2 ਵਾਰੀ ਦੇਣੇ, ਉਧਰ ਨੂੰ ਜਾਣਾ ਹੈ, ਉਹਨੇ ਜਾਣਾ ਹੈ, ਇਧਰੋਂ ਆ ਕੇ ਉਧਰ ਨੂੰ ਜਾਣਾ, ਤੇ ਉਹਦਾ ਰਗੜਿਆ ਗਿਆ ਨਾ। ਫਿਰ ਹੋਰ ਦੇਖੋ ਠੱਗੀ, ਤੁਸੀਂ ਬਰਨਾਲੇ ਤੋਂ ਜਾਣਾ ਹੈ ਮੋਗੇ ਨੂੰ, ਚੱਲ ਮੰਨ ਲਿਆ, ਭਦੌੜ ਉਰਲੇ ਪਾਸੇ ਸ਼ਹਿਣਾ ਜਿਹੜੀਆਂ ਪੱਖੋ ਕੈਂਚੀਆਂ, ਕਿਹੜੀਆਂ ਕੈਂਚੀਆਂ ਉਹ, ਪੱਖੋ ਕੈਂਚੀਆਂ, ਹਾਂ, ਉਹ ਤੋਂ ਉਰਲੇ ਪਾਸੇ ਹੀ ਟੋਲ ਪਲਾਜ਼ਾ ਲਾਤਾ ਜਾਣ ਕੇ। ਕਾਰਨ ਕੀ ਹੈ, ਮੋਗੇ ਨੂੰ ਤਾਂ ਟ੍ਰੈਫਿਕ ਜਾਂਦਾ 30 ਪੈਸੇ, 70 ਪੈਸੇ ਟ੍ਰੈਫਿਕ ਦਾ ਆਉਂਦਾ ਬਾਜੇ ਵਾਲੀ ਸੜਕ ਨੂੰ, ਤੇ ਜਿਨ੍ਹਾਂ ਨੇ ਉਹ ਸੜਕ ਤੇ ਚੜ੍ਹਨਾ ਨਹੀਂ ਉਹਨਾਂ ਨੂੰ ਵੀ ਦੇਣਾ ਪੈਂਦਾ। ਬਿਲਕੁਲ ਦੱਸੋ, ਬਿਲਕੁਲ ਉਹ 10 ਕਰਮਾਂ ਵਾਸਤੇ, 10 ਕਰਮਾਂ ਵਾਸਤੇ ਪੁਲ ਦੇ ਥੱਲੇ ਹੀ ਆਉਣਾ। ਮਤਲਬ ਉਹ ਲੁੱਟ ਹੈ, ਜਾਣ ਕੇ ਉਹ ਲੁੱਟ ਜਾਣ ਕੇ ਕਰਵਾਈ ਜਾ ਰਹੀ ਹੈ, ਸਟੇਟ ਵੱਲੋਂ ਕਰਵਾਈ ਜਾ ਰਹੀ ਹੈ। ਜੀ ਜੀ, ਸੋ ਇਹ ਚੀਜ਼ਾਂ ਨੇ ਇੱਥੇ, ਜਦੋਂ ਇੰਟੈਂਸ਼ਨਾਂ ਦੱਸੋ, ਅਦਾਲਤ ਨੂੰ ਕੋਈ ਦੱਸੇ ਵੀ ਇੰਟੈਂਸ਼ਨ ਕੀ ਹੈ, ਫੇਰ ਪਤਾ ਲੱਗੇ। ਬਿਲਕੁਲ ਬਿਲਕੁਲ ਹੈ ਨੀ, ਤੇ ਤੁਸੀਂ ਪੁਲ ਉਹ ਜਿਹੜਾ ਲਾਤਾ, ਜਾਂ ਤਾਂ ਫਿਰ ਮੁੱਢ 'ਚ ਹੀ ਲਾ ਦਿਓ। ਹਾਂਜੀ ਹਾਂਜੀ, ਫਿਰ ਜਿੱਥੋਂ ਸ਼ੁਰੂ ਹੁੰਦਾ ਹੈ ਆਪਣੇ ਬਾਈਪਾਸ ਤੋਂ, ਬਰਨਾਲਾ ਹੰਡਿਆਇਆ ਬਾਈਪਾਸ ਤੋਂ, ਉਹਦੇ ਉੱਤੇ ਹੀ ਲਾ ਦਿਓ, ਜਿਹੜਾ ਚੜੂਗਾ ਦੇ ਦੂਗਾ, ਨਹੀਂ ਤਾਂ ਗੱਲ ਬਿਲਕੁਲ ਬਿਲਕੁਲ ਜੀ। ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਅਸੀਂ ਆਗਿਆ ਲੈਂਦੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸ਼ਮਾਦਾਨ